ਇਹਨੂੰ ਸੀਪੀ ਦੀ ਪ੍ਰੋਬਲਮ ਸੀਗੀ ਜੀ। ਜਨਮ ਟਾਈਮ ਰੋਇਆ ਘੱਟ ਸੀਗਾ ਬੱਚਾ, ਜਿਹਦੇ ਕਾਰਨ ਮੰਨ ਲਾ ਕੋਈ ਬ੍ਰੇਨ ਦੀ ਕੋਈ ਮਾੜਾ ਮੋਟਾ ਨਸਾਂ ਖੁੱਲੀਆਂ ਨਹੀਂ, ਇੱਕ ਸਾਈਡ ਘੱਟ ਕੰਮ ਕਰਦੀ ਸੀਗੀ। ਬੱਚਾ ਅੱਡੀ ਚੱਕਦਾ ਸੀਗਾ ਤੇ ਇਸ ਬਾਜੂ ਤੋਂ ਕੰਮ ਘੱਟ ਲੈਂਦਾ ਸੀ। ਕੁਛ ਜਾਂਦਾ ਜਾਂਦਾ ਡਿੱਗ ਵੀ ਪੈਂਦਾ ਸੀਗਾ ਪਹਿਲੇ। ਸਾਨੂੰ ਜੀ ਤਕਰੀਬਨ 11 ਮਹੀਨੇ ਹੋ ਗਏ। ਜਿਵੇਂ ਜਿਵੇਂ ਇਲਾਜ ਹੋ ਰਿਹਾ ਉਵੇਂ ਬੱਚੇ 'ਚ ਡਿਵੈਲਪਮੈਂਟ ਆਈ ਜਾਂਦਾ ਹੈ। ਮੰਨ ਲਾ ਵੀ ਇਹਦਾ weight ਵੀ ਵਧਣਾ ਸ਼ੁਰੂ ਹੋ ਗਿਆ, ਤੁਰਨ ਵੀ ਸਹੀ ਲੱਗ ਰਿਹਾ ਹੈ ਤੇ ਮੰਨ ਲਾ ਵੀ ਕੱਦ ਵੀ ਵਧਣਾ ਸ਼ੁਰੂ ਹੋ ਗਿਆ। ਇਹਦਾ ਕਾਫੀ ਫਰਕ ਹੈਗਾ। ਪਹਿਲੇ ਮੰਨ ਲਾ ਚਿੜਚਿੜਾਪਣ ਜ਼ਿਆਦਾ ਹੀ ਰਹਿੰਦਾ ਸੀਗਾ ਬੱਚਾ, ਹੁਣ ਮੰਨ ਲਾ ਵੀ ਸਹੀ ਦੂਸਰੇ ਬੱਚਿਆਂ ਨੂੰ ਨਾਰਮਲ ਵੀ ਰਹਿੰਦਾ ਹੈ। ਕਾਫੀ ਫਰਕ ਲੱਗ ਰਿਹਾ ਸਾਨੂੰ ਇਲਾਜ ਦੌਰਾਨ। ਪਹਿਲੇ ਕਾਫੀ ਐਲੋਪੈਥਿਕ ਦੀਆਂ ਦਵਾਈਆਂ ਵੀ ਲਈਆਂ ਸੀ, 2 ਸਾਲ ਪਹਿਲਾਂ ਤੁਰੇ ਫਿਰੇ ਹਸਪੀਟਲਾਂ 'ਚ, ਕੋਈ ਫਰਕ ਨਹੀਂ ਪਿਆ ਸੀ। बच्चे की उम्र 20 साल है जी, तकरीबन साल हो गया सानू, काफ़ी फ़र्क है जी। हाँ जी। सेरेब्रल पाल्सी बच्चा बैठता नहीं है, थोड़े सहारे से बैठता है और चलता नहीं है। इसको आलती पालती मार के बैठाती हूँ ना, पहले ये ऐसे बैठने की कोशिश करती है, अभी थोड़ा हाथ छोड़ती है, रखती है, मतलब 1-2 सेकंड तक, 10 सेकंड तक। अब तक तो इतना आया है। बच्चे मतलब सीपी पेशेंट है, ये जन्म के टाइम रोया नहीं था, तो यहाँ पे आते अभी तो 2 ही महीने हुए हैं। कोई फर्क देख रहा है? अभी तो 2 ही महीने हुए हैं, तो हाथ में फ़र्क देख रहा है। मतलब ये वाला हाथ पूरा बिल्कुल ऐसे रहता था, तो इतना अपने आप ऐसे करने लग गया है। ऐसे करो बात, ये तो हो रहा है, इसको इतना खुलने लग गया है। ये ऐसे रखता था पूरा हाथ। ਫੀਸ ਤਾਂ ਜੀ ਮੰਨ ਲਾ ਇਲਾਜ ਦੇ ਹਿਸਾਬ 'ਤੇ ਹੈ। ਮੰਨ ਲਾ ਜਿਵੇਂ ਹੁਣ ਇਸ ਬੱਚੇ ਦੀ CP 14-24 ਚੱਲ ਰਹੀ ਹੈਗੀ, ਉਸ ਹਿਸਾਬ 'ਤੇ ਮੰਨ ਲਾ ਜਿਵੇਂ ਜਿਵੇਂ ਇਲਾਜ ਆ ਉਸ ਟਾਈਪ ਦੀ ਫੀਸ ਹੈਗੀ। ਹੁਣ ਆ ਫੁੱਲ ਬਾਡੀ ਦੀ ਜੀ ਮੰਨ ਲਾ ਵੀ ਹੋ ਰਹੀ ਹੈ ਥੈਰੇਪੀ, ਫਿਜ਼ੀਓਥੈਰੇਪੀ ਸਾਰੇ ਸਰੀਰ ਦੀ ਹੋ ਰਹੀ ਹੈ। ਹਾਂਜੀ। ਅੱਛਾ, ਐਲੋਪੈਥੀ ਦੇ ਵਿੱਚ ਤੇ ਇੱਥੇ ਫੀਸ ਦਾ ਕਿੰਨਾ ਕੁ ਫਰਕ ਪਿਆ? ਨਹੀਂ, ਜੇ ਐਲੋਪੈਥਿਕ ਨੂੰ ਦੇਖੀਏ ਤਾਂ ਐਲੋਪੈਥਿਕ ਨਾਲ ਤਾਂ ਬੱਚੇ ਦਾ ਮੰਨ ਲਾ ਜੇ ਆਪਾਂ ਦਵਾਈਆਂ ਖਵਾਈ ਜਾਗੇ, ਉਹ ਤਾਂ ਬੱਚੇ ਨੂੰ ਔਰ ਬਿਮਾਰ ਕਰਨ ਵਾਲੀ ਚੀਜ਼ ਹੈ। ਇਹ ਕੁਦਰਤੀ ਚੀਜ਼ ਹੈ, ਇੱਕ ਨੇਚਰਲੀ ਹੈ ਜੀ। ਮੰਨ ਲਾ ਆਪਾਂ ਕੋਈ ਥੈਰੇਪੀ ਕਰਵਾ ਰਹੇ ਹਾਂ, ਇਹ ਮੈਨੂੰ ਮੰਨ ਲਾ ਵੀ ਪ੍ਰਾਈਵੇਟ ਹਸਪੀਟਲਾਂ ਨਾਲੋਂ ਇਹ ਚੀਜ਼ ਸਹੀ ਲੱਗੀ। ਹਾਂ, 1 ਸਾਲ ਦੇ ਵਿੱਚ ਹੀ ਮੰਨ ਲਾ ਬੱਚੇ ਨੂੰ ਕਾਫੀ ਫਰਕ ਲੱਗ ਰਿਹਾ। ਆਹ ਚੀਜ਼ ਹੈਗੀ ਜੀ। योग एंड नैचुरोपैथी जो कि बिना दवाई ड्रग फ्री इलाज है, ਉਹੀ ਇਲਾਜ ਅਸੀਂ ਕਰਦੇ ਹਾਂ। ਇਹ ਸਰਕਾਰ ਦਾ ਇਲਾਜ ਹੈ, ਸਰਕਾਰ ਦਾ ਹੀ ਸਿਸਟਮ ਹੈ, ਲੇਕਿਨ ਸਰਕਾਰ ਇਹਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੀ, ਅੱਗੇ ਨਹੀਂ ਕਰਨਾ ਚਾਹੁੰਦੀ। ਕਿਉਂ? ਕਿਉਂਕਿ ਇਹਦੇ ਵਿੱਚੋਂ ਕੋਈ ਸਰਕਾਰ ਨੂੰ ਮਿਲਦਾ ਕੁਝ ਨਹੀਂ ਹੈ, ਲੋਕਾਂ ਦਾ ਬਹੁਤ ਫਾਇਦਾ ਹੈ। ਔਟਿਜ਼ਮ ਜਾਂ ਬੱਚਿਆਂ ਦੇ ਜੋ ਅਜੋਕੇ ਸਮੇਂ ਦੇ ਵਿੱਚ ਸਮੱਸਿਆ ਆ ਰਹੀਆਂ ਹੈਗੀਆਂ ਬੱਚਿਆਂ ਨੂੰ, ਉਹ ਬ੍ਰੇਨ ਨਾਲ ਸੰਬੰਧਿਤ ਹੋਣ, ਚਾਹੇ ਉਹਨਾਂ ਦੇ ਫਿਜ਼ੀਕਲ ਦੇ ਨਾਲ ਸੰਬੰਧਿਤ ਹੋਣ, ਉਹਨਾਂ ਦੇ ਇਲਾਜ ਦੇ ਲਈ ਵੱਖਰੀਆਂ ਵੱਖਰੀਆਂ ਥੈਰੇਪੀਆਂ, ਵੱਖਰੇ ਵੱਖਰੇ ਇਲਾਜ ਆ ਜਿਹੜੇ ਉਹ ਮੌਜੂਦ ਹੈਗੇ ਆ। ਜੇਕਰ ਦੇਖੀਏ ਤਾਂ ਅਜੋਕੇ ਸਮੇਂ ਦੇ ਵਿੱਚ ਐਲੋਪੈਥੀ ਆ ਜਿਹੜੀ, ਉਸ ਨੂੰ ਜ਼ਿਆਦਾ ਮਾਨਤਾ ਮਿਲੀ ਹੋਈ ਆ ਅਤੇ ਜ਼ਿਆਦਾਤਰ ਹੌਸਪੀਟਲਾਂ ਦੇ ਵਿੱਚ ਆ ਜਿਹੜਾ ਉਹ ਐਲੋਪੈਥੀ ਬੇਸਡ ਆ ਜਿਹੜਾ ਉਹ ਇਲਾਜ ਉਹ ਕੀਤਾ ਜਾਂਦਾ ਹੈਗਾ। ਪਰ ਜੇਕਰ ਦੇਖੀਏ ਸਾਡੇ ਭਾਰਤ ਦੀ ਪ੍ਰਾਚੀਨ ਪਰੰਪਰਾ ਵੱਲ, ਤਾਂ ਸਾਡੇ ਭਾਰਤ ਦੀ ਪ੍ਰਾਚੀਨ ਪਰੰਪਰਾ ਦੇ ਵਿੱਚ ਆ ਜਿਹੜਾ ਉਹ ਆਯੁਰਵੇਦ ਦੇ ਥਰੂ ਵੀ ਇਲਾਜ ਹੁੰਦਾ ਹੈਗਾ, ਹੋਮੋਪੈਥੀ ਰਾਹੀਂ ਵੀ ਇਲਾਜ ਹੁੰਦੇ ਹੈਗੇ ਆ। ਜਾਣੀ ਕਿ ਅਲੱਗ-ਅਲੱਗ ਪੈਥੀਆਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਹੈਗੀਆਂ, ਅਤੇ ਹਰੇਕ ਪੈਥੀ ਦੇ ਆਪਣੇ ਬੈਨੀਫਿਟ ਆ, ਆਪਣੇ ਨੁਕਸਾਨ ਹੈਗੇ ਆ। ਭਾਵੇਂ ਆਚਾਰਿਆ ਚਰਕ ਤੋਂ ਲੈ ਕੇ ਅਜੋਕੇ ਸਮੇਂ ਤੀਕ ਅਨੇਕਾਂ ਹੀ ਰਿਸ਼ੀਆਂ ਮੁਨੀਆਂ ਨੇ ਆ ਜਿਹੜਾ ਸਾਡੇ ਬਹੁਤ ਸਾਰਾ ਸਾਹਿਤ ਆ ਜਿਹੜਾ ਉਹ ਨਿਰੋਗ ਜੀਵਨ ਰਹਿਣ ਦੇ ਲਈ ਰਚਿਆ ਹੈਗਾ। ਪਰ ਵੱਡੇ ਪੱਧਰ ਦੇ ਉੱਤੇ ਆ ਜਿਹੜਾ ਐਲੋਪੈਥੀ ਮੁੱਖ ਧਾਰਾ ਦੇ ਵਿੱਚ ਆ, ਅਤੇ ਦੂਜੇ ਪਾਸੇ ਹੋਰ ਪੈਥੀਆਂ ਜਿਹੜੀਆਂ ਉਹ ਮੁੱਖ ਧਾਰਾ ਤੋਂ ਪਾਸੇ ਹੈਗੀਆਂ। ਅੱਜ ਅਸੀਂ ਸੰਤ ਜਗਦੀਸ਼ ਮੁਨੀ ਜੀ ਕੋਲ ਪਹੁੰਚੇ ਹੋਏ ਹਾਂ, ਜੋ ਕਿ ਮਾਲਿਸ਼ ਦੇ ਥਰੂ ਆ ਜਿਹੜਾ ਬੱਚਿਆਂ ਦਾ ਇਲਾਜ ਕਰਦੇ ਹੈਗੇ ਆ। ਜੋ ਬੱਚੇ ਔਟਿਜ਼ਮ ਦਾ ਸ਼ਿਕਾਰ ਆ, ਜੋ ਬੱਚੇ ਜਨਮ ਤੋਂ ਬੋਲਦੇ ਨਹੀਂ ਗੇ, ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ। ਇਹ ਕੀ ਸੋਚਦੇ ਹੈਗੇ ਆ, ਕੀ ਇਹਨਾਂ ਦੀ ਸਟੱਡੀ ਹੈਗੀ ਆ, ਕੀ ਉਹ ਸਾਇੰਟੀਫਿਕ ਅਪਰੂਵਡ ਹੈ ਜਾਂ ਨਹੀਂ ਹੈ, ਤਮਾਮ ਗੱਲਾਂ ਬਾਤਾਂ ਨੇ।
ਸਭ ਤੋਂ ਪਹਿਲਾਂ ਤਾਂ ਮੁਨੀ ਜੀ ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਨਮਸਕਾਰ। ਅੱਛਾ ਮੁਨੀ ਜੀ, ਇੱਕ ਗੱਲ ਦੱਸਿਓ ਕਿ ਜਦੋਂ ਆਪਾਂ ਦੇਖਦੇ ਹੈਗੇ ਹਾਂ ਬੱਚਿਆਂ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਔਟਿਜ਼ਮ ਜਾਂ ਬੱਚੇ ਜੋ ਇਲਾਜ ਕਰ ਰਹੇ ਹੈਗੇ, ਇਹਨਾਂ ਬਿਮਾਰੀਆਂ ਦੇ ਕਾਰਨ ਕੀ ਹੈਗੇ? ਅਜੋਕੇ ਸਮੇਂ ਦੇ ਵਿੱਚ ਕੀ ਕਾਰਨ ਮੰਨਦੇ ਤੁਸੀਂ? ਦੇਖੋ, ਦਿਮਾਗ ਸੰਬੰਧੀ ਜੋ ਵੀ ਬਿਮਾਰੀ ਹੁੰਦੀ ਹੈ ਉਹਦਾ ਮੇਨ ਕਾਰਨ ਜਿਹੜਾ ਹੈ ਉਹ ਜਦੋਂ ਬੱਚਾ ਪੈਦਾ ਹੁੰਦਾ ਹੈ। ਕਾਰਨ ਬਹੁਤ ਸਾਰੇ ਨੇ, ਜੋ ਮੇਨ ਮੇਜਰ ਕਾਰਨ ਹੈ ਉਹ ਕਿ ਬੱਚਾ ਜਦੋਂ ਪੈਦਾ ਹੁੰਦਾ ਹੈ, ਪਹਿਲੇ ਕੀ ਹੁੰਦਾ ਸੀ ਕਿ ਡਿਲੀਵਰੀ ਨਾਰਮਲ ਹੁੰਦੀ ਸੀ, ਦਾਈਆਂ ਪਿੰਡ ਦੇ ਵਿੱਚ ਕਰਵਾਉਂਦੀਆਂ ਸੀ, ਨਾਰਮਲ ਡਿਲੀਵਰੀ ਹੁੰਦੀ ਸੀ। ਬੱਚਾ ਜਦੋਂ ਪੈਦਾ ਹੁੰਦਾ ਸੀ ਔਰ ਪੈਦਾ ਹੁੰਦਿਆਂ ਸਾਰੀ ਉਹ ਰੋਂਦਾ ਸੀ। ਰੋਣ ਦਾ ਮਤਲਬ ਹੁੰਦਾ ਜਿਵੇਂ ਆਪਾਂ ਇੱਕ ਬੰਦ ਇੰਜਨ ਨੂੰ ਸਟਾਰਟ ਕਰਦੀ, ਉਹਦੇ ਵਿੱਚੋਂ ਇੱਕ ਆਵਾਜ਼ ਆ ਗਈ ਤਾਂ ਉਹਦੀ ਇੱਕ ਪੰਪਿੰਗ ਸ਼ੁਰੂ ਹੋ ਜਾਂਦੀ ਹੈ। ਉਹ ਪੰਪਿੰਗ ਦੇ ਨਾਲ ਬ੍ਰਹਿਮੰਡ ਦੀ ਆਕਸੀਜਨ ਜਾਂਦੀ ਹੈ, ਅੱਗ ਲੱਗਦੀ ਹੈ ਔਰ ਉਹ ਸਿਸਟਮ ਚਾਲੂ ਹੋ ਜਾਂਦਾ ਹੈ। ਉਸੇ ਤਰ੍ਹਾਂ ਹੀ ਕੁਦਰਤ ਨੇ ਜੋ ਬੱਚਾ ਪੈਦਾ ਹੁੰਦਾ ਹੈ, ਤਾਂ ਜਦੋਂ ਬੱਚਾ ਰੋਂਦਾ ਹੈ, ਰੋਣ ਦਾ ਮਤਲਬ ਹੁੰਦਾ ਬੱਚਾ ਸਟਾਰਟ ਹੋ ਗਿਆ। ਸਟਾਰਟ ਹੋਣ ਦੇ ਨਾਲ ਬਾਡੀ ਦੇ ਅੰਦਰ ਦੇ ਜੋ ਵੀ ਸਾਡੇ ਸਿਸਟਮ ਨੇ, ਜਿਵੇਂ ਚੱਲਣਾ ਹੈ, ਬੈਠਣਾ ਹੈ, ਉੱਠਣਾ ਹੈ, ਦੇਖਣਾ ਹੈ, ਸੁਣਨਾ ਹੈ, ਜੋ ਵੀ ਸਿਸਟਮ ਕੁਦਰਤ ਦੇ ਨੇ, ਉਹ ਸਾਰੇ ਦੇ ਸਾਰੇ ਜਿਹੜੇ ਸਿਸਟਮ ਨੇ ਉਹ ਐਕਟੀਵੇਟ ਹੋ ਜਾਂਦੇ ਨੇ। ਤੋ ਅੱਜ ਕੱਲ੍ਹ ਕੀ ਇੱਕ ਟ੍ਰੈਂਡ ਚੱਲ ਗਿਆ ਕਿ ਡਿਲੀਵਰੀ ਜਿਹੜੀ ਉਹ ਨਾਰਮਲ ਨਹੀਂ ਹੁੰਦੀ, ਉਹ ਸਾਰੀ ਦੀ ਸਾਰੀ ਓਪਰੇਸ਼ਨ ਨਾਲ ਹੁੰਦੀ ਹੈ, ਸਜੇਰੀਅਨ ਹੁੰਦੀ ਹੈ। ਸਜੇਰੀਅਨ ਜਦੋਂ ਹੁੰਦੀ ਹੈ ਉਦੋਂ ਕੀ ਕਰਦੇ ਨੇ, ਸਜੇਰੀਅਨ ਓਪਰੇਸ਼ਨ ਕਰਕੇ ਬੱਚੇ ਨੂੰ ਸਿੱਧਾ ਚੱਕ ਕੇ ਬਾਹਰ ਲਿਆਉਂਦੇ ਨੇ। ਉਨੀ ਦੇਰ ਦੇ ਵਿੱਚ ਬੱਚਾ ਜਿਹੜਾ ਹੈ ਉਹ ਰੋਂਦਾ ਨਹੀਂ ਹੈ। ਉਹ ਜਦੋਂ ਬੱਚਾ ਰੋਂਦਾ ਨਹੀਂ ਹੈ ਤਾਂ ਜਿਹੜਾ ਕੁਦਰਤ ਦਾ ਨੈਚੁਰਲ ਪ੍ਰੋਸੈਸ ਹੈ ਉਹ ਪੂਰਾ ਨਹੀਂ ਹੁੰਦਾ। ਇਸ ਕਰਕੇ ਦਿਮਾਗ ਸੰਬੰਧੀ ਇਹ ਜੋ ਵੀ ਬਿਮਾਰੀਆਂ ਨੇ, ਜਿਵੇਂ ਸੈਰੇਬਲ ਪਾਲਸੀ ਹੈ, CPA ਨੂੰ ਸੱਦ ਦਿੰਦੇ ਹਾਂ ਸ਼ਾਰਟਕਟ ਦੇ ਵਿੱਚ, ਔਟਿਜ਼ਮ ਹੈ, ਇਹ ਵੀ ਦਿਮਾਗ ਸੰਬੰਧੀ ਬਿਮਾਰੀ ਹੈ, ਅਟੈਕਸੀਆ ਹੈ, ਇਹ ਵੀ ਦਿਮਾਗ ਸੰਬੰਧੀ ਬਿਮਾਰੀ ਹੈ, ਮਸਕੂਲਰ ਡਿਸਟ੍ਰੋਫੀ ਵੀ ਕਈ ਬੱਚਿਆਂ ਨੂੰ ਆ ਜਾਂਦੀ ਹੈ। ਤਾਂ ਇਹ ਜਿੰਨੀਆਂ ਵੀ ਦਿਮਾਗ ਸੰਬੰਧੀ ਬਿਮਾਰੀਆਂ ਨੇ ਉਹ ਡਿਲੀਵਰੀ ਨਾਰਮਲ ਨਾ ਹੋਣ ਕਰਕੇ ਆਉਂਦੀਆਂ ਨੇ। ਔਰ ਦੂਸਰਾ ਮੇਜਰ ਕਾਰਨ ਇਹ ਹੈ ਕਿ ਅੱਜ ਕੱਲ੍ਹ ਮੋਬਾਈਲ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ, ਕਿਉਂਕਿ ਜਦੋਂ ਮੋਬਾਈਲ ਦੀ ਵਰਤੋਂ ਜ਼ਿਆਦਾ ਹੁੰਦੀ ਹੈ ਤਾਂ ਅੱਖਾਂ ਸਾਡੇ ਦਿਮਾਗ ਦੇ ਬਿਲਕੁਲ ਨੇੜੇ ਨੇ। ਉਧਰੋਂ ਬੱਚਾ, ਜਿਵੇਂ ਮਾਂ ਗਰਭਵਤੀ ਹੈ ਔਰ ਉਹ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਦੀ ਹੈ, ਤਾਂ ਉਹਦੇ ਨਾਲ ਵੀ ਦਿਮਾਗ ਦੀ ਊਰਜਾ ਜਿਹੜੀ ਉਹ ਜ਼ਿਆਦਾ ਮਾਂ ਦੀ ਖਰਚ ਹੋਏਗੀ, ਤਾਂ ਬੱਚੇ ਦੇ ਅੰਦਰ ਜਿਹੜਾ ਦਿਮਾਗ ਪਲ ਰਿਹਾ, ਤਿਆਰ ਹੋ ਰਿਹਾ, ਉਹਦੀ ਵੀ એનર્ਜੀ ਜਿਹੜੀ ਹੈ ਉਹ ਪ੍ਰੋਪਰ ਨਹੀਂ ਮਿਲੇਗੀ, ਅਤੇ ਉਹਦੇ ਨਾਲ ਵੀ ਦਿਮਾਗ ਸੰਬੰਧੀ ਬਿਮਾਰੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਨੇ। ਦੂਸਰਾ ਕੀ ਹੈ ਕਿ ਪਹਿਲੇ ਮਾਵਾਂ ਜਿਹੜੀਆਂ ਹੁੰਦੀਆਂ ਸੀ ਉਹ ਮਿਹਨਤ ਕਰਦੀਆਂ ਸੀ, ਮਤਲਬ ਕਿਰਤ ਬਹੁਤ ਸੀ। ਅੱਜ ਕੱਲ੍ਹ ਕਿਰਤ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ, ਕਿਰਤ ਤੋਂ ਬੰਦਾ ਜਿਹੜਾ ਵਾਂਝਾ ਹੋ ਗਿਆ। ਤਾਂ ਕਿਰਤ ਨਾ ਹੋਣ ਕਰਕੇ ਬਾਡੀ ਦੇ ਅੰਦਰ ਇੱਕ ਸਟੋਰੇਜ એનર્ਜੀ ਹੁੰਦੀ ਹੈ। ਜਿਵੇਂ ਮੋਬਾਈਲ ਦੇ ਵਿੱਚ ਸਟੋਰੇਜ, ਜਿੰਨੀ ਸਟੋਰੇਜ ਵੱਧ ਹੋਏਗੀ ਓਨਾ ਹੀ ਮੋਬਾਈਲ ਜ਼ਿਆਦਾ ਵਧੀਆ ਚੱਲੇਗਾ, ਨਹੀਂ ਤਾਂ ਉਹ ਹੈਂਗ ਹੋਣਾ ਸ਼ੁਰੂ ਹੋ ਜਾਏਗਾ। ਇਸੇ ਤਰ੍ਹਾਂ ਹੀ ਅੱਜ ਕੱਲ੍ਹ ਦੇ ਇਨਸਾਨ ਦੇ ਵਿੱਚ, ਖਾਸ ਕਰਕੇ ਮਾਤਾਵਾਂ ਦੇ ਅੰਦਰ ਜਿਹੜੀ ਸਟੋਰੇਜ એનર્ਜੀ ਹੈ ਉਹਦੀ ਬਹੁਤ ਘਾਟ ਹੈ। ਉਹਦੇ ਕਰਕੇ ਬੱਚੇ ਨੂੰ ਪ੍ਰੋਪਰ એનર્ਜੀ ਨਾ ਮਿਲਣ ਦੇ ਨਾਲ ਵੀ ਇਹ ਦਿਮਾਗ ਸੰਬੰਧੀ ਔਰ ਸਰੀਰਕ ਬਿਮਾਰੀਆਂ ਜਿਹੜੀਆਂ ਨੇ ਉਹ ਵੱਧ ਪੈਦਾ ਹੋ ਰਹੀਆਂ ਨੇ। ਇਹਨਾਂ ਦਾ ਮੇਜਰ ਕਾਰਨ ਇਹ ਨੇ। ਅੱਛਾ ਮੁਨੀ ਜੀ, ਇਹ ਦੱਸਿਓ ਕਿ ਵੱਖ-ਵੱਖ ਥੈਰੇਪੀਆਂ ਦੇ ਥਰੂ ਤੁਸੀਂ ਇਲਾਜ ਕਰ ਰਹੇ ਹੋ, ਤੁਸੀਂ ਕਿਹੜੀ ਥੈਰੇਪੀ ਨੂੰ ਆ ਜਿਹੜਾ ਉਹ ਵੱਧ ਯੂਜ਼ ਕਰਦੇ ਹੋ? ਦੇਖੋ, ਆਪਣੇ ਭਾਰਤ ਦੇ ਵਿੱਚ ਇੱਕ ਆਯੂਸ਼ ਮੰਤਰਾਲੇ ਹੈ, ਜੋ ਕਿ ਸਰਕਾਰ ਦਾ ਇੱਕ ਵਿਭਾਗ ਹੈ, ਜਿਹਨੂੰ ਆਪਾਂ ਆਯੂਸ਼ ਮੰਤਰਾਲੇ ਕਹਿੰਦੇ। ਆਯੂਸ਼ ਦਾ ਮਤਲਬ ਹੁੰਦਾ, ਏ ਦਾ ਮਤਲਬ ਹੁੰਦਾ ਆਯੁਰਵੇਦਾ, ਵਾਈ ਦਾ ਮਤਲਬ ਹੁੰਦਾ ਯੋਗ ਐਂਡ ਨੈਚੁਰਲਪੈਥੀ, ਯੂ ਦਾ ਮਤਲਬ ਯੂਨਾਨੀ, ਐਸ ਦਾ ਮਤਲਬ ਸਿੱਧਾ ਔਰ ਐਚ ਦਾ ਮਤਲਬ ਹੋਮਿਓਪੈਥੀ। ਹੁਣ ਜਿਹੜੇ ਆਯੂਸ਼ ਦੇ 4 ਪਾਰਟ ਨੇ, 4 ਪਾਰਟਾਂ ਦੇ ਵਿੱਚ ਕੀ ਹੈ ਕਿ ਦਵਾਈ ਹੈ, ਕਿਉਂਕਿ ਆਯੁਰਵੇਦ ਵੀ ਇੱਕ ਦਵਾਈ ਹੋ ਗਈ, ਯੂਨਾਨੀ ਵੀ ਦਵਾਈ ਹੋ ਗਈ, ਸਿੱਧਾ ਵੀ ਦਵਾਈ ਹੋ ਗਈ ਔਰ ਹੋਮਿਓਪੈਥੀ ਵੀ ਦਵਾਈ ਹੋ ਗਈ। ਇਹਦੇ ਵਿੱਚ ਇੱਕ ਪਾਰਟ ਹੈ ਯੋਗ ਐਂਡ ਨੈਚੁਰਲਪੈਥੀ, ਜੋ ਕਿ ਮੇਨ ਪਾਰਟ ਹੈ, ਜਿਹਦੇ ਨਾਲ ਜਿੰਨੀਆਂ ਵੀ ਦਿਮਾਗ ਸੰਬੰਧੀ ਬਿਮਾਰੀਆਂ ਨੇ ਸਾਰਿਆਂ ਦਾ ਇਲਾਜ ਹੈ, ਪ੍ਰੋਪਰ ਇਲਾਜ ਹੈ। ਇਹ ਡਰੱਗ ਫ੍ਰੀ ਹੈ। ਔਰ ਇਸ ਡਿਪਾਰਟਮੈਂਟ ਦੇ ਵਿੱਚ ਕੀ ਹੈ ਕਿ ਜਦੋਂ ਦਵਾਈ ਦਾ ਤਾਂ ਕੋਈ ਪ੍ਰਯੋਗ ਹੈ ਹੀ ਨਹੀਂ, ਤਾਂ ਤੁਹਾਨੂੰ ਪਤਾ ਹੀ ਆਪਣੇ ਦੇਸ਼ ਦੇ ਵਿੱਚ ਕਰਪਸ਼ਨ ਬਹੁਤ ਵੱਡੇ ਲੈਵਲ 'ਤੇ ਚੱਲ ਰਹੀ ਹੈ। ਐਲੋਪੈਥੀ ਦੇ ਵਿੱਚ ਕੋਈ ਨਾਮੋ ਨਿਸ਼ਾਨ ਨਹੀਂ ਹੈ। ਹਾਲਾਂਕਿ ਜਿੰਨਾ ਵੀ ਬਜਟ ਹੈਲਥ ਦੇ ਵਿੱਚ ਸਰਕਾਰ ਤਿਆਰ ਕਰਦੀ ਹੈ, ਉਹਦਾ ਮੇਰੇ ਹਿਸਾਬ ਨਾਲ 90% ਬਜਟ ਜਿਹੜਾ ਹੈ ਉਹ ਐਲੋਪੈਥੀ ਲੈ ਜਾਂਦੀ ਹੈ। ਬਾਕੀ ਦਾ ਜਿਹੜਾ 10% ਬਚਦਾ ਹੈ ਉਹਦੇ ਵਿੱਚ ਆਯੂਸ਼ ਮੰਤਰਾਲੇ ਨੂੰ ਮਿਲਦਾ ਹੈ। ਔਰ ਆਯੂਸ਼ ਮੰਤਰਾਲੇ ਉਹਦੇ ਨਾਲ ਕੀ ਕਰੇਗਾ? तो योग एंड नैचुरोपैथी जो कि बिना दवाई ड्रग फ्री इलाज है, वो ਉਹੀ ਇਲਾਜ ਅਸੀਂ ਕਰਦੇ ਹਾਂ।
ਇਹ ਸਰਕਾਰ ਦਾ ਇਲਾਜ ਹੈ, ਸਰਕਾਰ ਦਾ ਹੀ ਸਿਸਟਮ ਹੈ, ਲੇਕਿਨ ਸਰਕਾਰ ਇਹਨੂੰ ਡਿਵੈਲਪ ਨਹੀਂ ਕਰਨਾ ਚਾਹੁੰਦੀ, ਅੱਗੇ ਨਹੀਂ ਕਰਨਾ ਚਾਹੁੰਦੀ। ਕਿਉਂ? ਕਿਉਂਕਿ ਇਹਦੇ ਵਿੱਚੋਂ ਕੋਈ ਸਰਕਾਰ ਨੂੰ ਮਿਲਦਾ ਕੁਝ ਨਹੀਂ ਹੈ, ਲੋਕਾਂ ਦਾ ਬਹੁਤ ਫਾਇਦਾ ਹੈ। ਲੋਕਾਂ ਦਾ ਫਾਇਦਾ ਹੀ ਹੈ, ਕਿਉਂਕਿ ਇੱਕ ਬੰਦਾ ਇਲਾਜ ਕਰਾਏਗਾ, ਇਲਾਜ ਦੇ ਨਾਲ ਉਹਦੀ ਦਵਾਈ ਦੀ ਬਚਤ ਹੋਗੀ, ਦੂਸਰਾ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਤੀਸਰਾ ਉਹਨੂੰ ਤੁਰੰਤ ਕਰੰਟਲੀ ਰਿਜ਼ਲਟ ਮਿਲਣਾ ਹੈ, ਉਹ ਤੁਰੰਤ ਜਿਹੜਾ ਬੰਦਾ ਆਪਦੇ ਕੰਮ ਤੇ ਲੱਗ ਜਾਂਦਾ ਹੈ। ਕੋਈ ਵੀ ਦਵਾਈ ਐਲੋਪੈਥੀ ਲੈ ਲਓ, ਉਹਦਾ ਸਾਈਡ ਇਫੈਕਟ ਹੈ, ਫਿਰ ਮਹਿੰਗੀਆਂ ਦਵਾਈਆਂ ਨੇ, ਫਿਰ ਦਵਾਈਆਂ ਦੇ ਵਿੱਚ ਬਹੁਤ ਸਾਰੀ ਕਰਪਸ਼ਨ ਹੋ ਰਹੀ ਹੈ। ਮੰਨ ਲਓ 2 ਰੁਪਏ ਦੀ ਦਵਾਈ ਉਹ 20 ਰੁਪਏ 'ਚ ਵਿਕ ਰਹੀ ਹੈ, ਕੋਈ ਖਿਆਲ ਨਹੀਂ ਹੈ। ਤੋ ਇਹ ਹੈ ਸਰਕਾਰ ਦਾ ਹੀ ਇਲਾਜ। ਇਹਦੇ ਵਿੱਚ ਅਸੀਂ ਇੱਕ ਨਵੀਂ ਖੋਜ ਕੀਤੀ ਹੈ, ਕਿਉਂਕਿ ਪਿਛਲੇ 30 ਸਾਲਾਂ ਤੋਂ ਸਾਡੀ ਲਗਾਤਾਰ ਯੋਗ ਐਂਡ ਨੈਚੁਰਲਪੈਥੀ ਤੇ ਇਲਾਜ ਅਸੀਂ ਕਰਦੇ ਆ ਰਹੇ ਹਾਂ। ਕਰਦੇ ਕਰਦੇ ਅਸੀਂ ਇੱਕ ਸਿਸਟਮ ਇਖਤਿਆਰ ਕਰਤਾ ਜਿਹਦਾ ਨਾਮ ਨਿਊਰੋ 108 ਹੀਲਿੰਗ ਸਿਸਟਮ ਰੱਖਿਆ। ਹਾਲਾਂਕਿ ਇਹ ਸਰਕਾਰ ਤੋਂ ਟ੍ਰੇਡਮਾਰਕ ਰਜਿਸਟਰਡ ਵੀ ਹੋ ਗਿਆ, ਲੇਕਿਨ ਹੁਣ ਇਹਨੂੰ ਅੱਗੇ ਡਿਵੈਲਪ ਨਹੀਂ ਕੀਤਾ ਜਾ ਰਿਹਾ। ਹੁਣ ਰਜਿਸਟਰਡ ਹੋ ਗਿਆ, ਟ੍ਰੇਡਮਾਰਕ ਵੀ ਹੋ ਗਿਆ, ਅਸੀਂ ਇਲਾਜ ਵੀ ਦੇ ਰਹੇ ਹਾਂ, ਔਰ ਇਹਦੇ 100 ਦੇ ਵਿੱਚੋਂ 95% ਰਿਜ਼ਲਟ ਨੇ, ਔਰ ਐਲੋਪੈਥੀ ਦੇ ਸਿਰਫ 15% ਰਿਜ਼ਲਟ ਨੇ। ਐਲੋਪੈਥੀ ਦਾ ਜਿੰਨਾ ਵੀ ਮੰਨ ਲਓ ਰੋਗੀ ਇਲਾਜ ਕਰਾਉਂਦੇ ਨੇ, 100 ਦੇ ਵਿੱਚੋਂ 15 ਰੋਗੀ ਠੀਕ ਹੁੰਦੇ ਨੇ, 85 ਨਹੀਂ ਹੁੰਦੇ। ਔਰ ਇਹਦੇ ਨਾਲ 100 ਦੇ ਵਿੱਚੋਂ 95 ਠੀਕ ਹੁੰਦੇ ਨੇ, 5% ਜਿਹੜੇ ਨੇ ਉਹ ਰਹਿ ਜਾਂਦੇ ਨੇ, ਕਿਉਂਕਿ ਉਹ ਜ਼ਿਆਦਾ ਕਰੋਨਿਕ ਹੋਣ ਕਰਕੇ ਜਾਂ ਜ਼ਿਆਦਾ ਦਵਾਈਆਂ ਲੈਣ ਕਰਕੇ ਜਾਂ ਯੋਗ ਐਂਡ ਨੈਚੁਰਲਪੈਥੀ ਤੱਕ ਲੇਟ ਪਹੁੰਚਣ ਕਰਕੇ ਰਹਿ ਜਾਂਦੇ ਨੇ। ਤੋ ਇਹ ਸਾਰਾ ਸਿਸਟਮ ਜਿਹੜਾ ਹੈ, ਮਤਲਬ ਯੋਗ ਐਂਡ ਨੈਚੁਰਲਪੈਥੀ ਦਾ ਇੱਕ ਪਾਰਟ ਹੈ। ਇਹਦੇ ਵਿੱਚ ਨਵੀਂ ਖੋਜ ਅਸੀਂ ਕੀਤੀ ਹੈ, ਔਰ ਇਹ ਇੱਕ ਥਿਓਰੀਕਲੀ ਹੈ। ਇਹਦੇ ਵਿੱਚ ਆਪ ਜੀ ਨੇ ਜਿਵੇਂ ਕਿਹਾ ਵੀ ਮਾਲਿਸ਼, ਇਹ ਮਾਲਿਸ਼ ਨਹੀਂ ਹੈ, ਮਾਲਿਸ਼ ਤੋਂ ਇਹਦਾ ਇੱਕ ਪਾਰਟ ਹੈ। ਇਹਦੇ ਵਿੱਚ ਇੱਕ ਪ੍ਰੋਪਰ ਥਿਓਰੀ ਹੈ ਜਿਹਨੂੰ ਅਸੀਂ PRMVTS ਥਿਓਰੀ ਕਹਿੰਦੇ ਹਾਂ। ਉਹਦੇ ਵਿੱਚ ਪਹਿਲੇ ਪ੍ਰੈਸ਼ਰ ਦਿੰਦੇ ਹਾਂ, ਉਸ ਤੋਂ ਬਾਅਦ ਰਬਿੰਗ ਹੁੰਦੀ ਹੈ, ਉਸ ਤੋਂ ਬਾਅਦ ਮਸਾਜ ਇੱਕ ਵਿੱਚ ਪਾਰਟ ਹੈ, ਫਿਰ ਟੈਨਸ ਦੇ ਨਾਲ, ਫਿਰ ਸੈਟਿੰਗ ਦੇ ਨਾਲ। ਮਤਲਬ ਇੱਕ ਪੂਰਾ ਸਿਸਟਮੈਟਿਕਲੀ ਇੱਕ ਔਰਗਨ ਨੂੰ ਇਲਾਜ ਮਿਲਦਾ ਹੈ, ਜਿਹਦੇ ਨਾਲ ਨਾੜੀ ਦੇ ਅੰਦਰ ਕੋਈ ਮੰਨ ਲਓ ਸਿਸਟਮ ਖੂਨ ਜੰਮ ਗਿਆ ਹੈ, ਨਾੜੀ ਜਾਮ ਹੋ ਗਈ ਹੈ, ਨਾੜੀ ਡਰਾਈ ਹੋ ਗਈ ਹੈ, ਤਾਂ ਉਹਨੂੰ ਅਸੀਂ ਪ੍ਰੋਪਰ ਤਰੀਕੇ ਨਾਲ ਤਿਆਰ ਕਰ ਦਿੰਦੇ ਹਾਂ। ਔਰ ਇਹਦਾ ਬਿਲਕੁਲ ਸਿੰਪਲ ਇਲਾਜ ਹੈ। ਵੱਧ ਤੋਂ ਵੱਧ ਮੰਨ ਲਓ ਕਿਸੇ ਨੂੰ ਸਰਵਾਈਕਲ ਹੈ ਜਾਂ ਕੋਈ ਛੋਟੀ ਜੋ ਜਨਰਲ ਪ੍ਰੋਬਲਮ ਨੇ, ਤਾਂ ਅਸੀਂ 3 ਤੋਂ ਲੈ ਕੇ 5 ਦਿਨ ਇਲਾਜ ਦੇਣਾ ਹੁੰਦਾ ਹੈ। ਇੰਨੇ 'ਚੋਂ ਪ੍ਰੋਬਲਮ ਜਿਹੜੀ ਹੈ ਉਹ ਜੜ ਤੋਂ ਖਤਮ ਹੁੰਦੀ ਹੈ। ਐਲੋਪੈਥੀ ਜਿਹੜੀ ਹੈ ਉਹ ਦਵਾਈ ਮਤਲਬ ਬਿਮਾਰੀ ਨੂੰ ਦਬਾਏਗੀ, ਇਹ ਕੀ ਕਰੇਗੀ? ਬਿਮਾਰੀ ਨੂੰ ਜੜ ਤੋਂ ਖਤਮ ਕਰੇਗੀ। ਇਹਦਾ ਮੇਨ ਫਾਇਦਾ ਇਹ ਹੈ, ਕਿਉਂਕਿ ਜਦੋਂ ਸਾਡੀ ਨਾੜੀ ਚੱਲ ਪਈ, ਤੰਤਰ ਸਾਡਾ ਚਾਲੂ ਹੋ ਗਿਆ, ਤਾਂ ਉਹ ਸਿਸਟਮ ਜਿਹੜਾ ਹੈ ਐਕੂਰੇਟ ਕੰਮ ਕਰੇਗਾ। ਐਲੋਪੈਥੀ ਦਵਾਈ ਉਸ ਸਿਸਟਮ ਨੂੰ ਕੀ ਹੈ, ਸਾਡੇ ਨਾੜੀ ਬੰਦ ਹੋਣ ਕਰਕੇ ਜੋ ਪੇਨ ਹੋ ਰਿਹਾ, ਦਰਦ ਹੋ ਰਿਹਾ, ਉਹ ਦਰਦ ਨੂੰ ਰਿਲੀਫ ਦੇਗੀ, ਲੇਕਿਨ ਜਿਹੜਾ ਸਿਸਟਮ ਜਾਮ ਹੋਇਆ ਹੈ, ਬਲੌਕ ਹੋਇਆ ਹੈ, ਉਹਨੂੰ ਕੁਝ ਨਹੀਂ ਕਰ ਸਕਦੀ। ਉਹਨੂੰ ਸਿਰਫ ਯੋਗ ਐਂਡ ਨੈਚੁਰਲਪੈਥੀ ਹੀ ਇੱਕ ਸਾਡਾ ਸਨਾਤਨ ਦਾ ਪ੍ਰਾਚੀਨ ਤੋਂ ਚੱਲਿਆ ਆ ਰਿਹਾ ਸਿਸਟਮ ਹੈ, ਉਹੀ ਇਸ ਨੂੰ ਕਿਉਰ ਕਰਦਾ ਹੈ। ਇਹ ਮੇਨ ਚੀਜ਼ ਹੈ। ਬਾਕੀ ਅਸੀਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰਦੇ ਆ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਜੋ ਸਿਸਟਮ ਹੈ ਅਲੱਗ-ਅਲੱਗ ਸਟੇਟ ਵਾਈਜ਼ ਜੋ ਹੈਲਥ ਦਾ ਐਕਟ ਹੈ ਉਹਦੇ ਵਿੱਚ ਸ਼ਾਮਲ ਹੋ ਜਾਏ, ਤਾਂ ਕਿ ਵੱਧ ਤੋਂ ਵੱਧ ਬੱਚੇ ਸਾਡੇ ਸਿੱਖਣ। ਹੁਣ ਜਿਵੇਂ ਬੇਰੁਜ਼ਗਾਰੀ ਬਹੁਤ ਵਧੀ ਪਈ ਹੈ, ਬੇਰੁਜ਼ਗਾਰੀ ਖਤਮ ਹੋ ਸਕਦੀ ਹੈ, ਕੋਈ ਵੱਡਾ ਕੰਮ ਨਹੀਂ ਹੈ, ਕਿਉਂਕਿ ਅਸੀਂ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਸਤੇ ਕੋਈ ਉਪਰਾਲਾ ਨਹੀਂ ਕਰਦੇ। ਹੁਣ ਮੰਨ ਲਓ ਜਿਵੇਂ ਬੱਚੇ ਸਾਡੇ ਕੋਲੇ 12 ਪੜ੍ਹੇ ਬੱਚੇ ਇਹਨੂੰ ਵਧੀਆ ਤਰੀਕੇ ਨਾਲ ਕੋਰਸ ਕਰਕੇ ਸਿੱਖ ਸਕਦੇ ਨੇ, ਪਰ ਸਰਕਾਰ ਇਹਦੇ 'ਤੇ ਧਿਆਨ ਨਹੀਂ ਦਿੰਦੀ। ਮੰਨ ਲਓ ਇੱਕ ਚੀਜ਼ ਤਾਂ ਵਧੀਆ ਹੈ, ਲੇਕਿਨ ਉਹਨੂੰ ਅਡੋਪਟ ਨਹੀਂ ਕਰਨਾ ਚਾਹੁੰਦੀ। ਹੁਣ ਅਸੀਂ ਹਿਸਾਬ ਲਾਓ ਆਪਣੀ ਲਾਈਫ ਦੇ ਵਿੱਚ ਘੱਟੋ ਘੱਟ ਪੰਜਾਬ ਦੇ 5 ਹੈਲਥ ਮਿਨਿਸਟਰਾਂ ਨੂੰ ਮਿਲ ਚੁੱਕੇ ਹਾਂ। ਸੁਰਜੀਤ ਕੁਮਾਰ ਜਾਣੀ ਤੋਂ ਲੈ ਕੇ ਸਤਪਾਲ ਗੁਸਾਈ ਜੀ ਹੋ ਗਏ, ਉਧਰੋਂ ਬਲਬੀਰ ਸਿੱਧੂ ਹੋ ਗਏ, ਰਾਜ ਕੁਮਾਰ ਵੇਰਕਾ ਹੋ ਗਏ, ਹੁਣ ਪਿੱਛੇ ਜਿਹੇ ਜੋ ਆਮ ਆਦਮੀ ਪਾਰਟੀ ਦੇ ਬਣੇ ਸੀ, ਔਰ ਆਮ ਆਦਮੀ ਪਾਰਟੀ ਨੇ ਕਿਹਾ ਵੀ ਸੀ ਕਿ ਅਸੀਂ ਹੈਲਥ ਔਰ ਸਿੱਖਿਆ 'ਤੇ ਕੰਮ ਕਰਾਂਗੇ, ਕਿਉਂਕਿ ਹੈਲਥ ਸਭ ਤੋਂ ਮੇਨ ਚੀਜ਼ ਹੈ। ਚਾਹੇ ਬੰਦਾ ਕਿਤੇ ਵੀ ਵੱਡੇ ਤੋਂ ਵੱਡਾ ਹੋਵੇ, ਅਗਰ ਉਹਦੀ ਹੈਲਥ ਸਹੀ ਨਹੀਂ ਹੈ ਤਾਂ ਉਹਦੇ ਪਾਸ ਕੁਝ ਨਹੀਂ ਹੈ। ਸਿੱਖਿਆ ਆਉਂਦੀ ਦੂਸਰੇ ਨੰਬਰ 'ਤੇ, ਪਹਿਲੀ ਆਉਂਦੀ ਹੈਲਥ। ਮੰਨ ਲਓ ਹੁਣ ਬੱਚੇ ਸਾਡੇ ਕੋਲ ਆਉਂਦੇ ਨੇ ਅਪਾਹਿਜ ਨੇ, ਇਹ ਸਿੱਖਿਆ ਕਿੱਥੋਂ ਗ੍ਰਹਿਣ ਕਰ ਲੈਣਗੇ, ਕਿਉਂਕਿ ਉਹਨਾਂ ਕੋਲ ਤੰਦਰੁਸਤ ਸਰੀਰ ਹੀ ਨਹੀਂ ਹੈ। ਤੋ ਹੈਲਥ ਪਹਿਲਾ ਕੰਮ ਹੈ। ਔਰ ਹੈਲਥ ਵਾਸਤੇ ਅਸੀਂ ਜਦੋਂ ਮਿਲ ਕੇ ਆਏ ਮੰਤਰੀ ਜੀ ਨੂੰ, ਉਹ ਕਹਿੰਦੇ ਜੀ ਅਸੀਂ ਤਾਂ ਐਲੋਪੈਥੀ ਦਾ ਹੀ ਕਰਨਾ ਹੈ, ਸਾਡਾ ਇੱਧਰ ਤਾਂ ਸਾਡਾ ਧਿਆਨ ਹੀ ਕੋਈ ਨਹੀਂ ਹੈ। ਦੱਸੋ, ਇਹ ਤਾਂ ਜਵਾਬ ਹੈ। ਮਤਲਬ
ਬੰਦੇ ਨੂੰ ਠੀਕ ਹੋਣਾ ਚਾਹੀਦਾ ਹੈ। ਠੀਕ ਹੋਣ ਵਾਸਤੇ ਜਿਹੜੇ ਵੀ ਤਰੀਕੇ ਨੇ ਉਹਨਾਂ ਸਾਰੇ ਤਰੀਕਿਆਂ ਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ। ਹੁਣ ਯੋਗ ਐਂਡ ਨੈਚੁਰਲਪੈਥੀ ਮੰਨ ਲਓ ਅਸੀਂ ਖੋਜ ਕਰਤੀ, ਸਾਰਾ ਸਿਸਟਮ ਤਿਆਰ ਕਰਤਾ, ਤਾਂ ਇਹਨੂੰ ਐਕਟ ਦੇ ਵਿੱਚ ਸ਼ਾਮਲ ਕਰਨ, ਵੱਧ ਤੋਂ ਵੱਧ ਬੱਚੇ ਸਿਖਾਉਣ, ਵੱਧ ਤੋਂ ਵੱਧ ਯੂਨੀਵਰਸਿਟੀਆਂ ਦੇ ਵਿੱਚ। ਹੁਣ ਮੰਨ ਲਓ ਆਯੁਰਵੇਦ ਦੇ ਵਿੱਚ ਡਿਗਰੀ ਹੋ ਰਹੀ ਹੈ, ਇਹਦੇ ਵਿੱਚ MS BMS ਡਿਗਰੀ ਹੋ ਰਹੀ ਹੈ, ਤਾਂ ਨੈਚੁਰਲਪੈਥੀ ਦੇ ਵਿੱਚ ਡਿਗਰੀ ਕਿਉਂ ਨਹੀਂ ਹੋ ਰਹੀ? ਇੱਧਰ ਧਿਆਨ ਕਿਉਂ ਨਹੀਂ ਦਿੱਤਾ ਜਾ ਰਿਹਾ? ਕਿਉਂਕਿ ਸਭ ਤੋਂ ਮੇਨ ਇਹਦੇ ਜਿਹੜਾ ਇਹਨੂੰ ਕਹਿ ਲਓ, ਇਹਨੂੰ ਸ਼ਰਾਪ ਇਹ ਹੈ ਕਿ ਇਹਦੇ ਵਿੱਚ ਕਮਾਈ ਨਹੀਂ ਹੈ। ਲੋਕਾਂ ਦਾ ਭਲਾ ਹੈ ਲੇਕਿਨ ਲੀਡਰਾਂ ਨੂੰ ਕਮਾਈ ਨਹੀਂ, ਔਰ ਜਿਹੜੀ ਚੀਜ਼ ਦੇ ਵਿੱਚ ਲੀਡਰਾਂ ਨੂੰ ਕਮਾਈ ਨਾ ਹੋਵੇ ਉਹ ਸਿਸਟਮ ਡਿਵੈਲਪ ਨਹੀਂ ਹੁੰਦਾ। ਬਸ ਮੇਨ ਸਮੱਸਿਆ ਇਹ ਹੈ। ਔਰ ਬਹੁਤ ਵਧੀਆ ਸਿਸਟਮ ਹੈ, ਬਹੁਤ ਅੱਛੇ ਰਿਜ਼ਲਟ ਨੇ, ਔਰ ਲੋਕਾਂ ਦਾ ਬਹੁਤ ਵੱਡੇ ਤੌਰ 'ਤੇ ਭਲਾ ਹੈ। ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਵੱਧ ਤੋਂ ਵੱਧ। ਹੁਣ ਪੰਜਾਬ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ, ਹਰਿਆਣਾ ਦੇ ਵਿੱਚ ਵੀ ਚੱਲ ਰਹੀ ਹੈ, ਹੁਣ ਆਹ ਮਹੀਨੇ ਦੇ ਵਿੱਚ ਅਸੀਂ UP ਵੀ ਸ਼ੁਰੂ ਕਰ ਰਹੇ ਹਾਂ। ਤਾਂ ਜਿਵੇਂ ਜਿੱਥੋਂ ਸਾਨੂੰ ਰਿਸਪੌਂਸ ਮਿਲਦਾ ਹੈ, ਅਸੀਂ ਆਪਦੇ ਲੈਵਲ 'ਤੇ ਕੋਸ਼ਿਸ਼ ਕਰ ਰਹੇ ਹਾਂ। ਸਰਕਾਰ ਨੇ ਅੱਜ ਤੱਕ ਇੱਕ ਪੈਸੇ ਦੀ ਜਿਹੜੀ ਹੈਲਪ ਹੁੰਦੀ ਹੈ ਇਸ ਸਿਸਟਮ ਵਾਸਤੇ ਨਹੀਂ ਕੀਤੀ। ਅਗਰ ਜੇ ਕਰਦੀ ਤਾਂ ਅਸੀਂ ਅੱਜ ਤੱਕ ਕਈ ਹਜ਼ਾਰਾਂ ਬੱਚਿਆਂ ਨੂੰ ਮਤਲਬ ਆਪਦੇ ਲੈਵਲ 'ਤੇ ਤਾਂ ਸਿਖਾਤਾ, ਉਹ ਆਪਦੇ ਲੈਵਲ 'ਤੇ ਕਰ ਵੀ ਰਹੇ ਨੇ। ਲੇਕਿਨ ਸਰਕਾਰੀ ਲੈਵਲ 'ਤੇ ਅਗਰ ਉਹਨਾਂ ਨੂੰ ਬੱਚਿਆਂ ਨੂੰ ਵਧੀਆ ਟ੍ਰੇਨਿੰਗ ਮਿਲ ਜਾਏ, ਵਧੀਆ ਉਹਨਾਂ ਨੂੰ ਸਰਟੀਫਿਕੇਟ ਜਾਰੀ ਹੋ ਜਾਏ, ਤਾਂ ਉਹ ਮਤਲਬ ਐਲੋਪੈਥੀ ਦੇ ਨਾਲ ਜਿਹੜਾ ਹੈ ਵਧੀਆ ਤਰੀਕੇ ਦੇ ਨਾਲ ਲੋਕਾਂ ਦਾ ਫਾਇਦਾ ਕਰ ਸਕਦੇ ਨੇ। ਹੁਣ ਸਰਕਾਰ ਨੇ ਸਿਵਲ ਹਸਪੀਟਲ ਬਣਾਤੇ। ਸਿਵਲ ਹਸਪੀਟਲ ਦਾ ਮਤਲਬ ਹੁੰਦਾ ਜਿੱਥੇ ਆਯੂਸ਼ ਵਿਭਾਗ ਦੇ ਸਾਰੇ ਡਾਕਟਰ ਹੋਣ, ਜਿਵੇਂ ਆਯੁਰਵੇਦ ਦਾ ਵੀ ਡਾਕਟਰ ਹੋਵੇ, ਯੋਗ ਐਂਡ ਨੈਚੁਰਲਪੈਥੀ ਦਾ ਵੀ ਡਾਕਟਰ ਹੋਵੇ, ਯੂਨਾਨੀ ਵੀ ਡਾਕਟਰ ਹੋਵੇ, ਸਿੱਧਾ ਦਾ ਵੀ ਡਾਕਟਰ ਹੋਵੇ, ਔਰ ਹੋਮਿਓਪੈਥੀ ਦਾ ਵੀ ਡਾਕਟਰ ਹੋਵੇ। ਐਲੋਪੈਥੀ ਦਾ ਤਾਂ ਹੈ ਹੀ ਨਹੀਂ, ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ, ਲੇਕਿਨ ਐਲੋਪੈਥੀ ਹੀ ਡਿਵੈਲਪ ਹੋ ਰਹੀ ਹੈ। ਇਹ 5 ਡਾਕਟਰ ਜਿੱਥੇ ਹੁੰਦੇ ਨੇ ਉਹਨੂੰ ਕਹਿੰਦੇ ਨੇ ਸਿਵਲ ਹਸਪੀਟਲ। ਔਰ ਤੁਸੀਂ ਸਿਵਲ ਹਸਪੀਟਲ ਜਾ ਕੇ ਦੇਖ ਲਓ, ਤੁਹਾਨੂੰ ਇੱਕ ਵੀ ਯੋਗ ਦਾ ਡਾਕਟਰ ਨਹੀਂ ਮਿਲੇਗਾ। ਆਯੁਰਵੇਦ ਦੇ ਹੁਣ ਥੋੜ੍ਹੇ ਬਹੁਤ ਮਿਲਣ ਲੱਗ ਗਏ, ਕਿਉਂਕਿ ਉੱਧਰੋਂ ਦਵਾਈਆਂ ਜਿਹੜੀਆਂ ਨੇ ਉਹ ਐਲੋਪੈਥੀ ਦੇ ਤਰਜ਼ 'ਤੇ ਤਿਆਰ ਹੋਣ ਲੱਗ ਗਈਆਂ, ਇਸ ਕਰਕੇ ਐਲੋਪੈਥੀ ਦੇ ਡਾਕਟਰ ਮਿਲ ਜਾਂਦੇ ਨੇ, ਇਹਦੇ ਆਯੁਰਵੇਦ ਦੇ ਥੋੜ੍ਹੇ ਬਹੁਤ ਮਿਲ ਜਾਂਦੇ ਨੇ। ਬਾਕੀ ਯੋਗ ਐਂਡ ਨੈਚੁਰਲਪੈਥੀ ਦਾ ਤਾਂ ਮੇਰੇ ਹਿਸਾਬ ਨਾਲ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਡਾਕਟਰ ਮਿਲਣਾ ਵੀ ਮੁਸ਼ਕਿਲ ਹੈ। ਇਹ ਹਾਲਾਤ ਨੇ ਸਾਡੇ। ਇੱਕ ਸਟੇਟ ਦੇ ਵਿੱਚ ਵੀ ਮੇਰੇ ਹਿਸਾਬ ਨਾਲ 1 ਜਾਂ 2 ਡਾਕਟਰ ਬੜੀ ਮੁਸ਼ਕਿਲ ਨਾਲ ਮਿਲਣਗੇ, ਵਰਨਾ ਨਹੀਂ ਮਿਲਣਗੇ, ਕਿ ਇੱਧਰ ਧਿਆਨ ਹੀ ਨਹੀਂ ਹੈ। ਅੱਛਾ ਮੁਨੀ ਜੀ, ਇਹ ਦੱਸਿਓ ਕਿ ਜਦੋਂ ਆਪਾਂ ਗੱਲ ਕਰਦੇ ਹੈਗੇ ਇੱਕ ਫਿਜ਼ੀਓਥੈਰੇਪੀ ਹੁੰਦੀ ਹੈ, ਤੁਹਾਡੀ ਥੈਰੇਪੀ ਦੇ ਵਿੱਚ ਤੇ ਫਿਜ਼ੀਓਥੈਰੇਪੀ ਦੇ ਵਿੱਚ ਕੀ ਡਿਫਰੈਂਸ ਹੈ? ਦੇਖੋ, ਜਿਹੜੀ ਫਿਜ਼ੀਓਥੈਰੇਪੀ ਹੈ ਉਹ ਰਿਕਮੈਂਡਡ ਇਲਾਜ ਨਹੀਂ ਹੈ। ਫਿਜ਼ੀਓਥੈਰੇਪੀ ਸਰਕਾਰ ਤੋਂ ਰਿਕਮੈਂਡਡ ਨਹੀਂ ਹੈ। ਇਹ ਤਾਂ ਡਾਕਟਰਾਂ ਦਾ ਇੱਕ ਫੰਡਾ ਹੈ। ਜਿਵੇਂ ਮੰਨ ਲਓ ਕੋਈ ਐਕਸੀਡੈਂਟਲ ਕੇਸ ਚਲਾ ਗਿਆ, ਕੋਈ ਕੋਮਾ 'ਚ ਹੋ ਜਾਂਦਾ ਪੇਸ਼ੈਂਟ, ਤਾਂ ਡਾਕਟਰ ਕੀ ਕਹਿੰਦਾ, ਕੰਪਾਊਂਡਰ ਨੂੰ ਕਹਿੰਦਾ ਵੀ ਇਹਦਾ ਹੱਥ ਹਿਲਾ ਦਿਓ, ਪੈਰ ਹਿਲਾ ਦਿਓ, ਇਹਦੇ ਤੌਣ ਹਿਲਾ ਦਿਓ, ਇਹਨੂੰ ਅੱਗੇ ਪਿੱਛੇ ਕਰ ਦਿਓ। ਮਤਲਬ ਉਸ ਕਿਰਿਆ ਨੂੰ ਫਿਜ਼ੀਓਥੈਰੇਪੀ ਕਹਿੰਦੇ ਨੇ। ਫਿਜ਼ੀਓਥੈਰੇਪੀ ਕੋਈ ਕਿਸੇ, ਜਿਵੇਂ ਮੰਨ ਲਓ ਸੈਰੇਬਲ ਪਾਲਸੀ ਹੈ, ਜਾਂ ਕੋਈ ਜਨਰਲ ਸਰਵਾਈਕਲ ਹੈ, ਕਮਰ ਦਰਦ ਹੈ, ਗੋਡਿਆਂ ਦਾ ਦਰਦ ਹੈ, ਪੇਟ ਦੀ ਸਮੱਸਿਆ ਹੈ, ਜਾਂ ਔਟਿਜ਼ਮ ਬੱਚੇ ਨੇ, ਜਾਂ ਵੀਟ ਐਲਰਜੀ ਦੇ ਬੱਚੇ ਨੇ, ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦਾ ਇਲਾਜ ਵਾਸਤੇ ਨਹੀਂ ਹੈ। ਫਿਜ਼ੀਓਥੈਰੇਪੀ ਕੋਈ ਇਲਾਜ ਨਹੀਂ ਹੈ, ਔਰ ਤੁਸੀਂ ਪਤਾ ਵੀ ਕਰ ਸਕਦੇ ਹੋ ਸਰਕਾਰ ਤੋਂ ਰਿਕਮੈਂਡ ਵੀ ਨਹੀਂ ਹੈ, ਕੋਈ ਰਿਕਮੈਂਡਡ ਨਹੀਂ ਹੈ। ਇਹ ਜੋ ਯੋਗ ਐਂਡ ਨੈਚੁਰਲਪੈਥੀ ਹੈ, ਸਰਕਾਰ ਦਾ ਰਿਕਮੈਂਡਡ ਇੱਕ ਡਿਪਾਰਟਮੈਂਟ ਹੈ, ਇੱਕ ਇਲਾਜ ਹੈ, ਔਰ ਇਸ ਇਲਾਜ ਦੇ ਨਾਲ ਹੀ ਸਾਨੂੰ ਜੁੜਨਾ ਚਾਹੀਦਾ ਹੈ। ਮਤਲਬ ਸੰਗਤ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਤੁਹਾਡਾ ਕੋਈ ਵੀ ਬਿਮਾਰੀ ਹੈ, ਚਾਹੇ ਕੋਈ ਵੀ ਸਮੱਸਿਆ ਹੈ, ਅਗਰ ਤੁਸੀਂ ਹਫ਼ਤਾ ਦਵਾਈ ਲਓ, ਮਹੀਨਾ ਦਵਾਈ ਲਓ ਵੱਧ ਤੋਂ ਵੱਧ, ਕਿਉਂਕਿ ਜ਼ਿਆਦਾ ਲਓਗੇ ਤਾਂ ਸਾਈਡ ਇਫੈਕਟ ਹੋ ਜਾਏਗਾ, ਉਹਦਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਐਲੋਪੈਥੀ ਦੀ ਦਵਾਈ ਕਿਸੇ ਵੀ ਬਿਮਾਰੀ ਵਾਸਤੇ 1 ਮਹੀਨੇ ਤੋਂ ਵੱਧ ਨਹੀਂ ਲੈਣੀ ਚਾਹੀਦੀ। 1 ਮਹੀਨੇ ਤੱਕ ਅਗਰ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਕੋਈ ਫਾਇਦਾ ਨਹੀਂ ਔਰ ਛੱਡਣ ਤੋਂ ਬਾਅਦ ਸਮੱਸਿਆ ਉੱਥੇ ਦੀ ਉੱਥੇ ਹੀ ਹੈ, ਤਾਂ ਤੁਰੰਤ ਤੁਹਾਨੂੰ ਯੋਗ ਐਂਡ ਨੈਚੁਰਲਪੈਥੀ, ਇਹ ਨੋਟ ਕਰੋ, ਯੋਗ ਐਂਡ ਨੈਚੁਰਲਪੈਥੀ ਦੇ ਡਾਕਟਰ ਕੋਲ ਜਾ ਕੇ ਸਾਨੂੰ ਇਲਾਜ ਕਰਾਉਣਾ ਚਾਹੀਦਾ। ਕਿਸੇ ਫਿਜ਼ੀਓਥੈਰੇਪੀ ਕੋਲ ਜਾਣ ਦੀ ਵੀ ਲੋੜ ਨਹੀਂ ਹੈ, ਕਿਉਂਕਿ ਫਿਜ਼ੀਓਥੈਰੇਪੀ ਕੋਈ ਵੀ ਸਰਕਾਰ ਤੋਂ ਰਿਕਮੈਂਡਡ ਨਹੀਂ ਹੈ। ਯੋਗ ਐਂਡ ਨੈਚੁਰਲਪੈਥੀ ਸਰਕਾਰ ਦਾ ਇਲਾਜ ਹੈ, ਔਰ ਇਹਦੇ ਵਿੱਚ ਜੋ ਅਸੀਂ ਨਵੀਂ ਖੋਜ ਕੀਤੀ ਹੈ, ਉਹਦੇ ਵਿੱਚ ਅਸੀਂ ਕੁਝ ਸੁਧਾਰ ਕੀਤੇ ਨੇ। ਉਹਦੇ ਨਾਲ ਕੀ ਹੈ ਕਿ ਇਹਦੇ ਕਰੰਟਲੀ ਰਿਜ਼ਲਟ ਨੇ। ਮੰਨ ਲਓ ਪਹਿਲੇ ਸਾਡੇ ਕੋਲ ਪੇਸ਼ੈਂਟ ਆਉਂਦਾ ਸੀ ਤਾਂ ਉਹਨੂੰ ਠੀਕ ਹੋਣ ਦੇ ਵਿੱਚ ਮੰਨ ਲਓ ਹਫ਼ਤਾ ਲੱਗਦਾ ਸੀ। ਉਸ ਤੋਂ ਬਾਅਦ ਇਹਦੇ ਵਿੱਚ ਕੁਝ ਚੇਂਜਸ ਕੀਤੇ, ਚੇਂਜਸ ਕਰਨ ਤੋਂ ਬਾਅਦ ਉਹ 5 ਦਿਨਾਂ ਦੇ ਵਿੱਚ ਠੀਕ ਹੋਣ ਲੱਗ ਗਿਆ, ਹੁਣ 3 ਦਿਨਾਂ ਦੇ ਵਿੱਚ ਠੀਕ ਹੋਣ ਲੱਗ ਗਿਆ। ਔਰ ਅੱਜ ਇਹਦੀ ਪੋਜੀਸ਼ਨ ਇਹ ਹੈ ਕਿ ਅੱਜ ਜਿਵੇਂ ਜਿਵੇਂ ਇਲਾਜ ਅਸੀਂ ਕਰਦੇ ਹਾਂ, ਨਾਲ ਦੀ ਨਾਲ ਹੀ ਉਹਦੀ ਸਮੱਸਿਆ ਜਿਹੜੀ ਹੈ ਉਹ
ਠੀਕ ਹੋ ਜਾਂਦੀ ਹੈ। ਐਡਾ ਵਧੀਆ ਔਰ ਕਰੰਟਲੀ ਰਿਜ਼ਲਟ ਦੇਣ ਵਾਲਾ ਇਹ ਇਲਾਜ ਹੈ ਜੋ ਕਿ ਸਰਕਾਰ ਦਾ ਹੈ। ਅੱਛਾ, ਜੇਕਰ ਦੇਖੀਏ ਤਾਂ ਆਮ ਤੌਰ ਦੇ ਉੱਤੇ ਕੁਝ ਡਾਕਟਰਾਂ ਦਾ ਜੋ ਔਟਿਜ਼ਮ ਦਾ ਇਲਾਜ ਕਰਦੇ ਹੈਗੇ ਆ, ਉਹਨਾਂ ਦਾ ਇਹ ਕਹਿਣਾ ਹੈਗਾ ਕਿ 7 ਕੁ ਸਾਲ ਤੀਕ ਜੇਕਰ ਬੱਚੇ ਦਾ ਇਲਾਜ ਹੋ ਗਿਆ, ਇਸ ਤੋਂ ਬਾਅਦ ਆ ਜਿਹੜਾ ਇਲਾਜ ਆ ਜਿਹੜਾ ਉਹ ਸੰਭਵ ਨਹੀਂਗਾ। ਜੀ ਤੁਹਾਡੇ ਵਾਲੀ ਇਸ ਲਾਈਨ ਦੇ ਵਿੱਚ ਤੁਸੀਂ ਕਿਸ ਕੁ ਹੱਦ ਤੀਕ ਆ ਜਿਹੜਾ ਉਮਰ ਲਿਮਟ ਮੰਨਦੇ ਹੋ ਕਿ ਇਸ ਉਮਰ ਤੀਕ ਇਸ ਤੋਂ ਬਾਅਦ ਇਲਾਜ ਸੰਭਵ ਨਹੀਂਗਾ, ਇਸ ਉਮਰ ਤੀਕ ਆ ਜਿਹੜਾ ਬੱਚਾ ਜਲਦੀ ਠੀਕ ਹੋ ਜਾਊਗਾ? ਜੀ ਬਹੁਤ ਇਹ ਸਭ ਤੋਂ ਟੌਪ ਸਵਾਲ ਹੈ। ਦੇਖੋ, ਕੋਈ ਵੀ ਬੱਚਾ ਹੈ ਜਦੋਂ ਪੈਦਾ ਹੁੰਦਾ ਹੈ ਤਾਂ 1 ਸਾਲ ਦੇ ਵਿੱਚ ਬੱਚੇ ਨੇ ਚੱਲਣਾ ਹੁੰਦਾ ਹੈ। ਚੱਲਣਾ, ਬੈਠਣਾ, ਉੱਠਣਾ ਉਹ ਸ਼ੁਰੂ ਕਰ ਦਿੰਦਾ ਹੈ। ਅਗਰ ਕੋਈ ਵੀ ਬੱਚਾ 1 ਸਾਲ ਤੱਕ ਅਗਰ ਉੱਠਣਾ, ਬੈਠਣਾ, ਚੱਲਣਾ ਸ਼ੁਰੂ ਨਹੀਂ ਕਰ ਰਿਹਾ, ਇਹਦਾ ਮਤਲਬ ਉਹਨੂੰ ਦਿਮਾਗ ਸੰਬੰਧੀ ਜਾਂ ਸੀਪੀ ਹੈ ਜਾਂ ਅਟੈਕਸੀਆ ਹੈ ਜਾਂ ਔਟਿਜ਼ਮ ਹੈ ਜਾਂ ਇਸ ਤਰ੍ਹਾਂ ਦੀ ਕੋਈ ਵੀ ਸਮੱਸਿਆ ਉਹਨੂੰ ਬੱਚੇ ਨੂੰ ਆ ਚੁੱਕੀ ਹੈ। ਉਹਦੇ ਲਈ ਕਿਸੇ ਵੀ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਹੈ। ਕੋਈ ਡਾਕਟਰ ਕੁਝ ਨਹੀਂ ਕਰ ਸਕਦਾ ਔਰ ਕੋਈ ਦਵਾਈ ਦੁਨੀਆ ਦੇ ਵਿੱਚ ਦਿਮਾਗ ਦੀ ਬਣੀ ਨਹੀਂ ਹੈ, ਖਾਸ ਕਰਕੇ ਸੀਪੀ ਵਾਸਤੇ, ਔਟਿਜ਼ਮ ਵਾਸਤੇ, ਅਟੈਕਸੀਆ ਵਾਸਤੇ, ਇਹਨਾਂ ਵਾਸਤੇ ਕੋਈ ਵੀ ਦਵਾਈ ਨਹੀਂ ਬਣੀ ਪੂਰੇ ਵਰਲਡ ਦੇ ਅੰਦਰ। ਔਰ ਜਦੋਂ ਬੱਚਾ 1 ਸਾਲ ਤੱਕ ਨਹੀਂ ਚੱਲਿਆ ਤਾਂ ਉਹਨੂੰ ਕਿਸੇ ਆਪਰੇਸ਼ਨ ਔਰ ਦਵਾਈ ਦੀ ਔਰ ਕਿਸੇ ਡਾਕਟਰ ਦੀ, ਐਲੋਪੈਥੀ ਡਾਕਟਰ ਦੀ ਲੋੜ ਨਹੀਂ ਹੈ। ਉਹ ਸਿਰਫ ਯੋਗ ਐਂਡ ਨੈਚੁਰਲਪੈਥੀ ਔਰ ਜੋ ਸਿਸਟਮ ਅਸੀਂ ਇਖਤਿਆਰ ਕੀਤਾ ਹੈ, ਇਹਦੇ ਵਿੱਚ 1 ਸਾਲ ਤੋਂ ਲੈ ਕੇ 5 ਸਾਲ ਦਾ ਬੱਚਾ ਜਿਹੜਾ ਹੈ ਉਹ 60 ਦਿਨਾਂ ਦੇ ਵਿੱਚ ਹੀ ਠੀਕ ਹੋ ਜਾਂਦਾ ਹੈ। ਉਹਨੂੰ ਅਗਰ ਕਿਸੇ ਬੱਚੇ ਨੇ ਜਿਵੇਂ ਡਾਕਟਰ ਕੀ ਕਰਦੇ ਨੇ, ਉਹਨੂੰ ਕਹਿੰਦੇ ਨੇ ਇਹਨੂੰ ਤਾਂ ਦੌਰਾ ਆਉਂਦਾ ਹੈ, ਉਹ ਸਰੀਰ ਨੂੰ ਜਿਵੇਂ ਅਕੜਾਉਂਦਾ ਹੈ, ਕਿਉਂਕਿ ਮਾਈਂਡ ਔਰ ਬੋਡੀ ਡਿਸਆਰਡਰ ਹੁੰਦੇ ਨੇ, ਇਸ ਕਰਕੇ ਉਹ ਬੱਚਾ ਥੋੜ੍ਹਾ ਅਕੜਾਉਂਦਾ ਹੈ, ਟਾਈਟ ਹੁੰਦਾ ਹੈ, ਉਹਨੂੰ ਕਹਿੰਦੇ ਨੇ ਇਹਨੂੰ ਤਾਂ ਦੌਰਾ ਪੈਂਦਾ ਹੈ। ਉਹ ਦੌਰਾ ਨਹੀਂ ਹੁੰਦਾ, ਮਾਈਂਡ ਬੋਡੀ ਨੂੰ ਸਹੀ ਕਰਨਾ ਚਾਹੁੰਦਾ ਹੈ, ਇਸ ਕਰਕੇ ਉਹ ਜੋ ਮੈਸੇਜਿੰਗ ਹੈ ਉਹ ਪ੍ਰੋਪਰ ਨਹੀਂ ਪਹੁੰਚਦੀ, ਇਸ ਕਰਕੇ ਉਹਨੂੰ ਡਾਕਟਰ ਦੌਰਾ ਕਹਿ ਕੇ ਉਹਨੂੰ ਵੈਲਪਰੀਨ, ਲੈਵੀਪਿਲ, ਲਵੇਰਾ, ਐਪਟੋਨ ਵਰਗੀਆਂ ਜਿਹੜੀਆਂ ਦਿਮਾਗ ਦੀਆਂ ਨਸ਼ੇ ਦੀਆਂ ਦਵਾਈਆਂ ਨੇ, ਬਹੁਤ ਵੱਡਾ ਨਸ਼ਾ ਹੈ, ਉਹ ਦੇ ਕੇ, ਕਿਉਂਕਿ ਬੱਚਾ ਵਿਚਾਰਾ ਨਾ ਬੋਲਦਾ ਹੈ ਨਾ ਉਹ ਸਮਝਦਾ ਹੈ, ਉਹਨੂੰ ਜੋ ਮਰਜ਼ੀ ਦੇ ਹੀ ਰੱਖੋ। ਉਹ ਦਵਾਈਆਂ ਦੇਣ ਦੇ ਨਾਲ ਜਿਹੜਾ ਬੱਚਾ ਲੇਟ ਠੀਕ ਹੁੰਦਾ ਹੈ। ਅਗਰ ਕਿਸੇ ਬੱਚੇ ਨੂੰ ਕੋਈ ਵੀ ਦਵਾਈ ਨਹੀਂ ਦਿੱਤੀ ਹੈ, ਕੋਈ ਵੀ ਉਹਦਾ ਆਪਰੇਸ਼ਨ ਨਹੀਂ ਹੋਇਆ ਹੈ, ਤਾਂ ਸਾਡੇ ਕੋਲੇ 1 ਸਾਲ ਦਾ ਬੱਚਾ, ਮਤਲਬ 1 ਸਾਲ ਦਾ ਬੱਚਾ ਦੂਸਰੇ ਸਾਲ ਤੱਕ 60 ਦਿਨਾਂ ਦੇ ਇਲਾਜ ਨਾਲ ਹੀ ਠੀਕ ਹੋ ਜਾਂਦਾ ਹੈ ਜੀ। ਐਡਾ ਇਹਦਾ ਵਧੀਆ ਔਰ ਤੁਰੰਤ ਜਿਹੜਾ ਇਲਾਜ ਹੈ। ਇਹ ਇਲਾਜ ਯੋਗ ਐਂਡ ਨੈਚੁਰਲਪੈਥੀ ਦਾ ਹੈ। ਇਹ ਅਸੀਂ ਕੋਈ ਮੰਤਰ ਨਹੀਂ ਮਾਰਨਾ, ਇਹ ਪ੍ਰੋਪਰਲੀ ਇਲਾਜ ਹੈ। 5 ਦਿਨ ਦਾ ਇਲਾਜ ਦਾ ਕੋਰਸ ਹੁੰਦਾ ਹੈ, ਹਰ ਮਹੀਨੇ ਆਉਣਾ ਪੈਂਦਾ ਹੈ, 1 ਸਾਲ ਲਗਾਤਾਰ ਚੱਲਦਾ ਹੈ। 12-5 60 ਦਿਨਾਂ ਦੇ ਇਲਾਜ ਦੇ ਵਿੱਚ ਬੱਚਾ ਜਿਹੜਾ 1 ਸਾਲ ਦੇ ਵਿੱਚ ਉਹ ਪ੍ਰੋਪਰਲੀ ਠੀਕ ਹੋ ਜਾਂਦਾ ਹੈ। ਔਰ ਤਕਰੀਬਨ 2000 ਤੋਂ ਉੱਪਰ ਬੱਚੇ ਸਾਡੇ ਕੋਲ ਅੱਜ ਤੱਕ ਜਿਹੜੇ ਉਹ ਠੀਕ ਹੋ ਚੁੱਕੇ ਨੇ। ਔਰ ਦੁਨੀਆ ਦੀ ਕਿਸੇ ਸਾਇੰਸ ਦੇ ਵਿੱਚ ਇੱਕ ਬੱਚੇ ਨੂੰ ਠੀਕ ਕਰਨ ਦੀ ਵੀ ਪਾਵਰ ਨਹੀਂ ਹੈ। ਮੈਂ ਕਹਿੰਦਾ ਪੂਰੀ ਦੁਨੀਆ ਦੇ ਸਾਇੰਟਿਸਟ ਰਲ ਕੇ ਬੈਠ ਜਾਣ, ਉਹ ਇਲਾਜ ਕਰਨ ਔਰ ਅਸੀਂ ਇਲਾਜ ਕਰਦੇ ਹਾਂ, ਉਹ ਆਪਦੀ ਉਹ ਤੁਲਨਾ ਕਰਕੇ ਦੇਖ ਲੈਣ ਵੀ ਉਹ ਕਿੰਨੇ ਦਿਨਾਂ ਠੀਕ ਕਰਦੇ ਔਰ ਅਸੀਂ ਕਿੰਨੇ ਦਿਨਾਂ ਠੀਕ ਕਰਦੇ ਹਾਂ ਜੀ। ਇੱਕ ਨਾ ਅਜੋਕੇ ਸਮੇਂ ਦੇ ਵਿੱਚ ਜੋ ਨਵੀਆਂ ਸਟੱਡੀਜ਼ ਆ ਰਹੀਆਂ ਹੈਗੀਆਂ, ਐਲੋਪੈਥੀ ਦੇ ਵਿੱਚ ਵੀ ਖੇਤਰ ਦੇ ਵਿੱਚ ਕੁਝ ਨਵੀਆਂ ਸਟੱਡੀਜ਼ ਆ ਰਹੀਆਂ ਹੈ, ਉਹਦੇ ਵਿੱਚ ਜੋ ਬੱਚਿਆਂ ਦੇ ਪਿੱਛੇ ਜੋ ਬਿਮਾਰੀਆਂ ਦਾ ਕਾਰਨ ਮੰਨ ਰਹੇ ਹੈਗੇ ਅਜੋਕੇ ਸਮੇਂ ਦੇ ਵਿੱਚ, ਜਿਨ੍ਹਾਂ ਬਿਮਾਰੀਆਂ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਉਹਨਾਂ ਦੇ ਵਿੱਚ ਉਹ ਕਹਿੰਦੇ ਹੈਗੇ ਕਿ ਅਜੋਕੇ ਸਮੇਂ ਦੇ ਵਿੱਚ ਜੋ ਟੱਚਿੰਗ ਆ, ਜੋ ਆਪਾਂ ਹਿਊਮਨ ਟੱਚ ਦੀ ਗੱਲ ਕਰਦੇ ਹੈਗੇ, ਉਹ ਘੱਟ ਗਿਆ। ਕਿਉਂਕਿ ਅੱਗੇ ਦਾਦਾ ਦਾਦੀ ਵੀ ਟੱਚ ਕਰਦੇ ਸੀ ਬੱਚੇ ਨੂੰ, ਹੁਣ ਫੈਮਲੀਆਂ ਉਸ ਤਰ੍ਹਾਂ ਦੀਆਂ ਨਹੀਂ ਰਹੀਆਂ ਹੈਗੀਆਂ। ਕਿ ਕਿੰਨਾ ਕਿ ਇਹ ਕਾਰਨ ਹੈਗਾ ਟੱਚ ਦਾ ਵੀ ਬੱਚੇ ਇਸ ਪਾਸੇ ਬਿਮਾਰ ਹੋ ਰਹੇ ਆ? ਦੇਖੋ, ਉਹ ਟੱਚ ਤਾਂ ਦੇਖੋ ਉਹ ਇੱਕ ਪਰਿਵਾਰਿਕ ਸਨੇਹ ਹੈਗਾ ਸੀ। ਪਰਿਵਾਰਿਕ ਜਿਹੜਾ ਪਿਆਰ ਹੈ ਉਹ ਦਿਨੋਂ ਦਿਨ ਦੇਖੋ ਘਟਦਾ ਹੀ ਜਾ ਰਿਹਾ ਹੈ, ਕਿਉਂਕਿ ਹਰ ਇੱਕ ਦੀ ਆਪਣਾ ਇੱਕ ਔਰਾ ਹੁੰਦਾ ਹੈ, ਇੱਕ ਆਭਾ ਮੰਡਲ ਹੁੰਦਾ ਹੈ, ਹਰ ਇੱਕ ਦੀ ਆਪਣੀ ਇੱਕ ਹੁੰਦੀ ਹੈ। ਉਹ ਕੋਈ ਐਡਾ ਜ਼ਿਆਦਾ ਵਿਸ਼ਾ ਨਹੀਂ ਹੈ। ਮੇਨ ਵਿਸ਼ਾ ਮੈंने ਆਪ ਜੀ ਨੂੰ ਦੱਸਤਾ ਕਿ ਜੋ ਦਿਮਾਗ ਸੰਬੰਧੀ ਬਿਮਾਰੀਆਂ ਪੈਦਾ ਹੋ ਰਹੀਆਂ ਨੇ, ਉਹਨਾਂ ਦਾ ਕਾਰਨ ਹੈ ਕਿ ਇੱਕ ਤਾਂ ਨਾਰਮਲ ਡਿਲੀਵਰੀ ਦਾ ਨਾ ਹੋਣਾ, ਦੂਸਰਾ ਮੋਬਾਈਲ ਮਾਂ ਦਾ ਜ਼ਿਆਦਾ ਦੇਖਣਾ, ਤੀਸਰਾ ਜੋ ਸਾਡਾ ਖਾਣ ਪਾਨ ਹੈ ਉਹ ਬਹੁਤ ਵੱਡੇ ਲੈਵਲ 'ਤੇ ਜ਼ਹਿਰੀਲਾ ਹੋ ਚੁੱਕਿਆ ਹੈ, ਉਹਦੇ ਕਾਰਨ ਵੀ ਬਹੁਤ ਵੱਡੀਆਂ ਸਮੱਸਿਆਵਾਂ ਆ ਰਹੀਆਂ ਨੇ। ਇਹ ਮੇਜਰ ਕਾਰਨ ਨੇ ਜਿਹੜੇ ਨੇ। ਤੋ ਜਦੋਂ ਵੀ ਕੋਈ ਮੰਨ ਲਓ ਬੱਚਾ ਪੈਦਾ ਹੋਣ ਵਾਲਾ ਹੈ ਤਾਂ ਕੋਸ਼ਿਸ਼ ਕਰੋ, ਡਾਕਟਰ ਆਪਰੇਸ਼ਨ ਕਿਉਂ ਕਰਦਾ? ਸਿਰਫ ਉਹਨੂੰ ਥੋੜ੍ਹਾ ਬਹੁਤ ਪੈਸਿਆਂ ਦਾ ਲਾਲਚ ਹੁੰਦਾ, ਹੋਰ ਕੋਈ ਗੱਲ ਨਹੀਂ ਹੁੰਦੀ। ਡਿਲੀਵਰੀ ਨਾਰਮਲ ਵੀ ਹੋ ਸਕਦੀ ਹੈ। ਤੋ ਮੰਨ ਲਓ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਡਾਕਟਰ
ਅਗਰ ਕੋਈ ਲਾਲਚੀ ਹੈ ਵੀ ਤਾਂ ਉਹਨੂੰ ਪਹਿਲੇ ਕਹਿ ਦਿਓ ਬਈ ਆ 10 20,000 50,000 ਜਿਹੜਾ ਤੂੰ ਸਾਡੇ ਕੋਲ ਪਹਿਲੇ ਲੈ ਲੈ, ਪਰ ਸਾਡੇ ਬੱਚੇ ਦੀ ਲਾਈਫ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਖਿਲਵਾੜ ਨਾ ਹੋਵੇ। ਇਸ ਕਰਕੇ ਡਿਲੀਵਰੀ ਨਾਰਮਲ ਹੀ ਕਰਵਾਉਣੀ ਚਾਹੀਦੀ ਹੈ। ਮਾਤਾਵਾਂ ਨੂੰ ਵੀ ਇਹ ਬੇਨਤੀ ਹੈ, ਕਿਉਂਕਿ ਦੇਖੋ ਮਾਂ ਔਰ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇੱਕ ਰੱਬ ਹੈ, ਇੱਕ ਧਰਤੀ ਦੇ ਉੱਤੇ ਮਾਂ ਹੈ। ਤਾਂ ਮਾਂ ਬਣਨ ਵਾਸਤੇ ਜਦੋਂ ਕਹਿੰਦੇ ਨਾ ਮਾਂ ਕਹਿ ਦਿਓ ਤਾਂ ਬੰਦੇ ਦਾ ਮਨ ਭਰ ਜਾਂਦਾ ਹੈ। ਤਾਂ ਮਾਂ ਜਿਹੜੀ ਹੈ ਉਹ ਇੱਕ ਰੱਬ ਦਾ ਰੂਪ ਹੈ। ਇਸ ਵਾਸਤੇ ਜਦੋਂ ਮਾਂ ਬਣਨਾ ਹੈ, ਮਾਂ ਕਹਿਲਾਣਾ ਹੈ, ਮਾਂ ਦਾ ਯਸ਼ ਲੈਣਾ ਹੈ, ਤਾਂ ਸਾਨੂੰ ਥੋੜ੍ਹੀ ਤਕਲੀਫ ਦੇ ਵਿੱਚੋਂ, ਥੋੜ੍ਹੇ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਪਏਗਾ, ਕਿਉਂਕਿ ਉਹ ਪੇਨ ਦੇ ਉਹ ਪੇਨ ਜਿਹੜਾ ਹੈ ਉਹ ਇੱਕ ਕੁਦਰਤੀ ਪੇਨ ਹੈ। ਔਰ ਉਹ ਜਿਹੜਾ ਪੇਨ ਹੈ ਉਹ ਸਿਰਫ 5 ਤੋਂ ਲੈ ਕੇ 10 ਸੈਕਿੰਡ ਹੀ ਹੁੰਦਾ ਹੈ, ਜ਼ਿਆਦਾ ਨਹੀਂ ਹੁੰਦਾ, ਕੋਈ ਲੰਬੇ ਟਾਈਮ ਨਹੀਂ ਹੁੰਦਾ ਪੇਨ। ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਮਾਂ ਨੂੰ ਜਿਹੜਾ ਜੋ ਮੇਨ ਦਰਦ ਹੈ ਉਹ ਸਿਰਫ 5 ਤੋਂ ਲੈ ਕੇ 10 ਸੈਕਿੰਡ ਦੀ ਹੀ ਹੁੰਦਾ ਹੈ। ਉਸ ਤੋਂ ਬਾਅਦ ਕੋਈ ਪੇਨ ਨਹੀਂ ਹੁੰਦਾ। ਔਰ ਉਸ ਤੋਂ ਬਾਅਦ ਜਦੋਂ ਡਿਲੀਵਰੀ ਨਾਰਮਲ ਹੋ ਜਾਂਦੀ ਹੈ, ਜਿੰਨੀ ਮਾਂ ਹਲਕੀ ਹੁੰਦੀ ਹੈ ਔਰ ਜਿੰਨਾ ਬੱਚਾ ਹਲਕਾ ਹੁੰਦਾ ਹੈ, ਜਿੰਨਾ ਉਹਨਾਂ ਨੂੰ ਆਰਾਮ ਮਿਲਦਾ ਹੈ, ਜਿੰਨੀ ਆਤਮਿਕ ਸ਼ਾਂਤੀ ਮਿਲਦੀ ਹੈ, ਉਹ ਫਿਰ ਕਿਸੇ ਨੂੰ ਨਹੀਂ ਮਿਲਦੀ। ਕਿਉਂਕਿ ਮਾਂ ਉੱਧਰੋਂ ਬੱਚੇ ਨੂੰ ਪੈਦਾ ਕਰਕੇ ਹਲਕੀ ਹੋ ਜਾਂਦੀ ਹੈ ਔਰ ਬੱਚਾ ਜਨਮ ਲੈ ਕੇ ਸੰਸਾਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਹਲਕਾ ਮਹਿਸੂਸ ਕਰਦਾ ਹੈ, ਕਿਉਂਕਿ ਉਹ ਅੰਧੇਰੇ ਤੋਂ ਪ੍ਰਕਾਸ਼ ਦੇ ਵਿੱਚ ਜਦੋਂ ਆਉਂਦਾ ਹੈ ਤਾਂ ਉਹਨੂੰ ਵੀ ਬੜੇ ਇੱਕ ਸੁੱਖ ਦੀ ਅਨੁਭੂਤੀ ਹੁੰਦੀ ਹੈ। ਤਾਂ ਇਸ ਕਰਕੇ ਘਬਰਾਉਣ ਦੀ ਕੋਈ ਲੋੜ ਨਹੀਂ ਹੁੰਦੀ। 5 ਤੋਂ 10 ਸੈਕਿੰਡ ਦੇ ਦਰਦ ਪਿੱਛੇ ਆਪਣੀ ਚੀਰਾ ਫਾੜੀ ਕਰਵਾਉਣਾ, ਸਾਰੀ ਉਮਰ ਉਸ ਦੁੱਖ ਦੇ ਨਾਲ ਚੱਲਦੇ ਰਹਿਣਾ, ਕਿਉਂਕਿ ਇੱਕ ਵਾਰੀ ਜਿਸ ਸਾਡੀ ਬੋਡੀ ਨੂੰ ਜਿੱਥੇ ਵੀ ਚੀਰਾ ਲੱਗ ਗਿਆ, ਕਾਂਟਾ ਲੱਗ ਗਿਆ, ਸਮਝ ਲਓ ਉਹ ਹਿੱਸਾ ਫਿਰ ਪ੍ਰੋਪਰ ਨਹੀਂ ਹੋ ਸਕਦਾ। ਉਹਦੇ ਲਈ ਤੁਹਾਨੂੰ ਫਿਰ ਅੱਗੇ ਦੁੱਖ ਵੀ ਚੱਲਣੇ ਪੈਂਦੇ ਨੇ। ਕਿਉਂਕਿ ਮੈਂ ਦੇਖਿਆ ਜਦੋਂ ਆਪਰੇਸ਼ਨ ਹੋ ਜਾਂਦਾ ਹੈ, ਸਰਜਰੀ ਸਜੇਰੀਅਨ ਨਾਲ ਜਿਹੜੇ ਬੱਚੇ ਪੈਦਾ ਹੁੰਦੇ ਨੇ, ਮਾਵਾਂ ਦਾ ਜਦੋਂ ਪੇਟ ਜਦੋਂ ਪਾੜਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਕਿਉਂਕਿ ਨੀਚੇ ਸਾਡੇ ਜਿਹੜੇ ਡਾਇਗਰਾਮ ਹੁੰਦੇ ਨੇ ਜਿਨ੍ਹਾਂ ਦੇ ਸਾਡੇ ਸਾਰੇ ਔਰਗਨ ਟਿਕੇ ਹੁੰਦੇ ਨੇ, ਉਹ ਵੀ ਅਪਸੈਟ ਹੋ ਜਾਂਦੇ ਨੇ। ਉਹ ਫਿਰ ਸਾਰੀ ਉਮਰ ਵਾਸਤੇ ਉਸ ਚੀਜ਼ ਤੋਂ ਤੰਗ ਵੀ ਹੁੰਦੀ ਹੈ ਜੀ। ਅੱਛਾ ਮੁਨੀ ਜੀ, ਅਜੋਕੇ ਸਮੇਂ ਦੇ ਵਿੱਚ, ਇਸ ਸਮੇਂ ਦੇ ਵਿੱਚ ਦੇਖੀਏ ਤਾਂ ਗਟ ਬੈਕਟੀਰੀਆ ਇੱਕ ਨਵੀਂ ਰਿਸਰਚ ਆਈ ਹੈਗੀ ਆ ਵੀ ਬੰਦੇ ਦੇ ਪੇਟ ਦੇ ਅੰਦਰ ਬੈਕਟੀਰੀਆ ਓਵਰਆਲ ਜੋ ਆਪਾਂ ਖਾਣੇ ਪੀਣੇ ਹੈਗੇ ਆ ਤੇ ਉਹ ਸਾਰਾ ਕੁਝ ਉਹੀ ਬੈਕਟੀਰੀਆ ਓਵਰਆਲ ਬੰਦੇ ਦੀ ਸਾਰੀ ਹਿਊਮਨ ਡਿਵੈਲਪਮੈਂਟ ਦਾ ਕਾਰਨ ਬਣਦੇ ਆ। ਜੇਕਰ ਉਹ ਡਿਸਟਰਬ ਹੁੰਦੇ ਹੈਗੇ ਤਾਂ ਕਹਿੰਦੇ ਵੀ ਬੱਚਿਆਂ ਨੂੰ ਆ ਜਿਹੜਾ ਉਸੇ ਤਰੀਕੇ ਦੀਆਂ ਬਿਮਾਰੀਆਂ ਲੱਗਦੀਆਂ ਹੈਗੀਆਂ। ਤੁਹਾਡੇ ਇਸ ਥੈਰੇਪੀ ਦੇ ਵਿੱਚ ਤੁਸੀਂ ਡਾਈਟ ਪਲਾਨ ਵਗੈਰਾ ਕੋਈ ਦਿੰਦੇ ਹੋ? ਦੇਖੋ ਸਾਡਾ ਜਿਹੜਾ ਮੇਨ ਡਾਈਟ ਪਲਾਨ ਇਹੀ ਹੁੰਦਾ ਹੈ, ਕਿਉਂਕਿ ਪ੍ਰਾਚੀਨ ਸਮੇਂ ਤੋਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਹੀ ਅਸੀਂ, ਜਿਹੜੇ 100 ਸਾਲ ਜਿੰਦੇ ਵੀ ਰਹੇ ਨੇ ਔਰ ਪੂਰੀ ਤਾਕਤ ਦੇ ਨਾਲ ਜਿੰਦੇ ਰਹੇ ਨੇ ਔਰ ਆਖਰੀ ਸਮੇਂ ਤੱਕ ਕੰਮ ਵੀ ਕਰਦੇ ਰਹੇ ਨੇ। ਉਹ ਉਹਨਾਂ ਨੇ ਕੋਈ ਡਾਈਟਾਂ ਨਹੀਂ ਕੀਤੀਆਂ, ਉਹਨਾਂ ਨੇ ਘਰੇਲੂ ਖਾਣੇ ਖਾਦੇ ਨੇ। ਜੋ ਘਰ ਦਾ ਦੁੱਧ, ਦਹੀਂ, ਘਰ ਦੀ ਲੱਸੀ, ਘਰ ਦੀ ਖੇਤਾਂ ਦੀਆਂ ਘਰੇਲੂ ਸਬਜ਼ੀਆਂ ਜੋ ਕਿ ਬਿਨਾਂ ਰੇਹਾਂ ਸਪਰੇਹਾਂ ਤੋਂ ਹੁੰਦੀਆਂ ਸੀ। ਅੱਜ ਜਦੋਂ ਦੀ ਹਰਿਤ ਕ੍ਰਾਂਤੀ ਆਈ ਹੈ, ਇਸ ਕ੍ਰਾਂਤੀ ਨੇ ਬੰਦੇ ਦੇ ਸਾਰੇ ਸਿਸਟਮ ਡਿਸਟਰਬ ਕਰਤੇ, ਸਾਰੇ ਹਾਰਮੋਨ ਡਿਸਟਰਬ ਕਰਤੇ। ਸਾਰਾ ਜਿਹੜਾ ਹੈ ਸਾਡੀ ਬਰਥ ਦੀ ਜੋ ਲਾਈਨਮੈਂਟ ਸੀ ਉਹ ਆਊਟ ਕਰ ਦਿੱਤੀ ਹੈ। ਜੋ ਸਾਡਾ ਘਰੇਲੂ ਖਾਣਾ ਸੀ ਪ੍ਰਾਚੀਨ, ਜੋ ਅਸੀਂ ਲੈਂਦੇ ਰਹੇ ਹਾਂ, ਉਸ ਤੋਂ ਵਧੀਆ ਕੋਈ ਡਾਈਟ ਨਹੀਂ ਹੈ। ਔਰ ਉਹ ਡਾਈਟ ਦੇ ਵਿੱਚ ਤਾਕਤ ਸੀ। ਉਹ ਤਾਕਤ ਜਿਹੜੀ ਸੀ ਉਹ ਫਿਰ ਜਦੋਂ ਅਸੀਂ ਮਿਹਨਤ ਕਰਦੇ ਸੀ ਫਿਰ ਉਹ ਤਾਕਤ ਵਰਕ ਕਰਦੀ ਸੀ। ਹੁਣ ਮਿਹਨਤ ਹੈ ਨਹੀਂ, ਖੁਰਾਕਾਂ ਜਿਹੜੀਆਂ ਮਿਲ ਰਹੀਆਂ ਨੇ, ਡਾਈਟ ਜੋ ਮਿਲ ਰਹੀ ਹੈ ਉਹਦੇ ਵਿੱਚ ਤਾਕਤ ਤਾਂ ਹੈ, ਤਾਕਤ ਬਹੁਤ ਜ਼ਿਆਦਾ ਹੈ, ਕਿਉਂਕਿ ਜ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ। ਤਾਕਤ ਤਾਂ ਹੈ, ਲੇਕਿਨ ਸਾਡਾ ਜਿਹੜਾ ਫਿਜ਼ੀਕਲ ਵਰਕ ਹੈ ਉਹ ਬਹੁਤ ਘਟ ਗਿਆ ਹੈ। ਇਸ ਕਰਕੇ ਕੋਈ ਵੀ ਜਿਹੜਾ ਖੁਰਾਕ ਹੈ ਉਹ ਫਿਰ ਕੰਮ ਕਰੇਗੀ ਨਹੀਂ, ਕਿਉਂਕਿ ਅਸੀਂ ਸਾਰਾ ਦਿਮਾਗ ਤੋਂ ਹੀ ਕੰਮ ਲੈਂਦੇ ਹਾਂ, ਪੂਰੀ ਬੋਡੀ ਸਾਡੀ ਖਾਲੀ ਰਹਿੰਦੀ। ਅਸੀਂ ਹੁਣ ਦੇਖੋ, ਸਾਨੂੰ ਪਿਛਲੇ 30 ਸਾਲ ਹੋ ਗਏ, ਅੱਜ ਤੱਕ ਕਦੇ ਇੱਕ ਗੋਲੀ ਵੀ ਖਾ ਕੇ ਨਹੀਂ ਦੇਖੀ, ਨਾ ਸਾਨੂੰ ਕਦੇ ਥਕਾਵਟ ਹੋਵੇ। ਸਾਰਾ ਦਿਨ ਘੱਟੋ ਘੱਟ 12 ਘੰਟੇ ਅਸੀਂ ਇਲਾਜ ਕਰਦੇ ਹਾਂ, ਕਿਉਂਕਿ ਸਾਰਾ ਦਿਨ ਸਾਡਾ ਮਿਹਨਤ ਵਾਲਾ ਕੰਮ ਹੈ। ਮਿਹਨਤ ਕਰਨਾ, ਕਰਮ ਕਰਨਾ ਬੰਦੇ ਦਾ ਫਰਜ਼ ਹੈ। ਬੰਦੇ ਨੂੰ ਹੱਥ ਪੈਰ ਜੋ ਵੀ ਦਿੱਤੇ ਨੇ ਇਹ ਕਰਮ ਕਰਨ ਵਾਸਤੇ ਦਿੱਤੇ ਨੇ, ਵਿਹਲੇ ਰਹਿਣ ਵਾਸਤੇ ਨਹੀਂ ਦਿੱਤੇ। ਔਰ ਅੱਜ ਕੱਲ੍ਹ ਇੱਕ ਟਰੈਂਡ ਚੱਲਿਆ, ਸਰਕਾਰਾਂ ਵੀ ਚਾਹੁੰਦੀਆਂ ਨੇ ਬੰਦਾ ਵਿਹਲਾ ਹੋ ਜਾਏ, ਔਰ ਜਿਹੜੇ ਸੰਤ ਮਹਾਤਮਾ ਲੋਕ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਵਿਹਲੇ ਹੋ ਜਾਣ, ਬੰਦਾ ਵਿਹਲਾ ਰਹੇ। ਕਰਮ, ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਕਿਹਾ ਕਿ ਕਰਮ ਯੋਗੀ ਜਿਹੜਾ ਹੈ ਉਹ ਸਰਵਸ਼੍ਰੇਸ਼ਠ ਇਨਸਾਨ ਹੈ। ਇਨਸਾਨ ਦੀ ਜਿਹੜੀ ਸਰਵਸ਼੍ਰੇਸ਼ਠਤਾ ਹੈ ਉਹ ਹੈ ਕਰਮ। ਤਾਂ ਕਰਮ ਕਰਨਾ ਜ਼ਰੂਰੀ ਹੈ, ਕਿਉਂਕਿ ਪਹਿਲੇ
ਜਿਨ੍ਹਾਂ ਸੰਤਾਂ ਮਹਾਂਪੁਰਸ਼ਾਂ ਕੋਲੇ ਅਸੀਂ ਰਹੇ ਹਾਂ ਉਹ ਵੀ ਸਾਰਾ ਦਿਨ ਮਿਹਨਤ ਕਰਦੇ ਸੀ। ਅਸੀਂ ਤਾਂ ਕਦੇ ਵਿਹਲੇ ਕਿਸੇ ਸੰਤ ਨੂੰ ਦੇਖਿਆ ਨਹੀਂ, ਮਹਾਤਮਾ ਨੂੰ ਨਹੀਂ ਦੇਖਿਆ, ਔਰ ਸਾਡੇ ਮਾਤਾ ਪਿਤਾ ਬਜ਼ੁਰਗ ਸੀ ਉਹਨਾਂ ਨੂੰ ਵੀ ਅਸੀਂ ਕਦੇ ਵਿਹਲੇ ਨਹੀਂ ਦੇਖਿਆ। ਮਤਲਬ ਕਿਰਤ ਹੀ ਕਰਦੇ ਰਹੇ ਨੇ, ਦਿਨੇ ਕਿਰਤ, ਰਾਤ ਕਿਰਤ, ਦਿਨ ਰਾਤ ਕਿਰਤ, ਮਿਹਨਤ ਹੀ ਮਿਹਨਤ ਚੱਲਦੀ ਸੀ ਔਰ ਉਸ ਮਿਹਨਤ ਦੇ ਵਿੱਚ ਖੁਸ਼ੀ ਵੀ ਸੀ। ਅੱਜ ਅਸੀਂ ਮਿਹਨਤ ਕਰਦੇ ਹਾਂ, ਸਾਰਾ ਦਿਨ ਮਿਹਨਤ ਕਰਨ ਤੋਂ ਬਾਅਦ ਸ਼ਾਮ ਨੂੰ ਵਧੀਆ ਸਕੂਨ ਮਿਲਦਾ ਹੈ, ਵਧੀਆ ਭੁੱਖ ਲੱਗਦੀ ਹੈ, ਵਧੀਆ ਨੀਂਦ ਆਉਂਦੀ ਹੈ, ਔਰ ਜਦੋਂ ਵਧੀਆ ਨੀਂਦ ਆਉਂਦੀ ਹੈ ਤਾਂ ਸਵੇਰੇ ਵਧੀਆ ਤਾਜ਼ਗੀ ਦੇ ਨਾਲ ਉੱਠ ਕੇ ਅਗਲੀ ਜਿਹੜੀ ਸਵੇਰ ਹੈ ਉਹ ਵੀ ਵਧੀਆ ਹੋ ਜਾਂਦੀ ਹੈ। ਤੋ ਕਿਰਤ ਮੇਨ ਜ਼ਰੂਰੀ ਹੈ। ਔਰ ਗੁਰੂ ਨਾਨਕ ਸਾਹਿਬ ਦਾ ਵੀ ਸਿਧਾਂਤ ਹੈ, ਕਿਰਤ ਕਰੋ, ਨਾਮ ਜਪੋ ਔਰ ਵੰਡ ਕੇ ਛਕੋ। ਲੇਕਿਨ ਅਸੀਂ ਗੁਰੂਆਂ ਪੀਰਾਂ ਦੇ ਸਿਧਾਂਤਾਂ ਨੂੰ ਤਾਂ ਛਿੱਕੇ ਟੰਗਤਾ ਔਰ ਆਪ ਜਿਹੜੇ ਵਿਹਲੇ ਹੋ ਕੇ ਬਸ ਚਿੱਟੇ ਪਾ ਲਏ ਕੱਪੜੇ, ਚੱਲ ਮੇਰਾ ਚਿੱਟੀਆਂ ਜੋਕਾਂ ਬਣ ਗਈਆਂ, ਕੰਮ ਕਰਕੇ ਰਾਜੀ ਨਹੀਂ। ਜਦੋਂ ਸਾਡੇ ਗੁਰੂਆਂ ਨੇ ਕੰਮ ਕੀਤਾ, ਸਾਡੇ ਪੀਰਾਂ ਨੇ ਕੰਮ ਕੀਤਾ, ਸਾਡੇ ਸੰਤਾਂ ਨੇ ਕੰਮ ਕੀਤਾ, ਅਸੀਂ ਕੰਮ ਕਿਉਂ ਨਹੀਂ ਕਰਦੇ? ਕੰਮ ਕਰਨਾ ਸਭ ਤੋਂ ਵੱਡੀ ਚੀਜ਼ ਹੈ। ਮੇਨ ਜਿਹੜਾ ਹੈ ਉਹ ਕਿਰਤ ਕਰਨਾ ਹੈ। ਕਿਰਤ ਕਰਾਂਗੇ ਤਾਂ ਸਾਨੂੰ ਕਿਸੇ ਦੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ, ਕਿਸੇ ਸਰਕਾਰ ਤੋਂ ਮੁਫਤ ਲੈਣ ਦੀ ਵੀ ਲੋੜ ਨਹੀਂ। ਕਿਉਂ ਮੁਫਤ ਲਈਏ? ਜਿਸ ਬੰਦੇ ਨੂੰ ਪਰਮਾਤਮਾ ਨੇ ਹੱਥ ਪੈਰ ਦਿੱਤੇ ਨੇ ਉਹ ਫਰੀ ਕਿਉਂ ਲਵੇ? ਫਰੀ ਤਾਂ ਉਹ ਲੈਂਦਾ ਜਿਹੜਾ ਹੈਂਡੀਕੈਪਟ ਹੋਵੇ, ਜਿਹਦੇ ਹੱਥ ਪੈਰ ਨਾ ਹੋਣ, ਉਹਨੂੰ ਤਾਂ ਫਰੀ ਦੇਣ। ਔਰ ਸਰਕਾਰਾਂ ਚੰਗੇ ਭਲਿਆਂ ਨੂੰ ਫਰੀ ਦੇਈ ਜਾਂਦੀ। ਦੱਸੋ, ਇਹ ਬਹੁਤ ਹੀ ਗਲਤ ਹੈ। ਸਰਕਾਰ ਨੂੰ ਕਿਰਤ ਦੇਣੀ ਚਾਹੀਦੀ ਹੈ, ਕਿਰਤ ਦੀ ਕਦਰ ਕਰਨੀ ਚਾਹੀਦੀ ਹੈ, ਕਿਰਤ ਕਰਨ ਵਾਲੇ ਦੀ ਕਦਰ ਕਰਨੀ ਚਾਹੀਦੀ ਹੈ। ਇਹ ਸਾਰਾ ਸਿਸਟਮ ਵਧੀਆ ਹੋ ਜਾਏਗਾ। ਔਰ ਹਿੰਦੁਸਤਾਨ ਜੋ ਭਾਰਤ ਸਾਡਾ ਦੇਸ਼ ਹੈ, ਇਸ ਵਰਗਾ ਮੁਲਕ ਪੂਰੀ ਦੁਨੀਆ 'ਚ ਕੋਈ ਨਹੀਂ ਹੈ, ਕਿਉਂਕਿ ਇੱਥੋਂ ਦਾ ਵਾਤਾਵਰਣ, ਇੱਥੋਂ ਦੀ ਆਬੋ ਹਵਾ, ਇੱਥੋਂ ਦੇ ਸੰਸਕਾਰ ਐਡੇ ਵਧੀਆ ਨੇ ਕਿ ਅਗਰ ਅਸੀਂ ਸਹੀ ਤਰੀਕੇ ਨਾਲ ਇਸਤੇਮਾਲ ਕਰੀਏ ਤਾਂ ਧਰਤੀ 'ਤੇ ਭਾਰਤ ਦੇਸ਼ ਇੱਕ ਸਵਰਗ ਹੈ। ਇਹ ਚੀਜ਼ ਇੱਕ ਦੇਖਦੀ ਹੈਗੀ ਆ ਕਿ ਹੁਣ ਕਾਫੀ ਸਾਰੇ ਡਾਕਟਰ ਜੋ ਸਪੈਸ਼ਲ ਤੌਰ ਦੇ ਉੱਤੇ ਸਪੈਸ਼ਲ ਬੱਚਿਆਂ ਦਾ ਇਲਾਜ ਕਰਦੇ ਆ, ਉਹਨਾਂ ਦੀ ਬਿਮਾਰੀ ਦੇ ਪਿੱਛੇ ਵੱਡਾ ਕਾਰਨ ਇੱਕ ਇਹ ਵੀ ਮੰਨ ਰਹੇ ਹੈਗੇ ਆ ਜੋ ਕਾਰਪੋਰੇਟ ਦੁਆਰਾ ਪ੍ਰੋਸੈਸਡ ਫੂਡ ਆ ਜਿਹੜਾ, ਜਿਵੇਂ ਮੰਨ ਲਾ ਵੀ ਡੱਬਾ ਬੰਦ ਦੁੱਧ ਆ ਗਿਆ ਜਾਂ ਹੌਰਲਿਕਸ ਅਰਗੀਆਂ ਪਾਊਡਰ ਵਗੈਰਾ ਆ ਗਏ। ਤੁਸੀਂ ਇਸ ਚੀਜ਼ ਨੂੰ ਕਿੰਨਾ ਕੁ ਕਾਰਨ ਮੰਨਦੇ ਹੈਗੇ ਇਹਨਾਂ ਬਿਮਾਰੀਆਂ ਦੇ ਪਿੱਛੇ? ਦੇਖੋ, ਜੋ ਵੀ ਪੈਕਿੰਗ ਵਾਲੀ ਚੀਜ਼ ਹੈ ਨਾ, ਸਾਡੇ ਦੇਸ਼ ਦੇ ਵਿੱਚ ਹਰ ਚੀਜ਼ ਤਾਜ਼ੀ ਮਿਲਦੀ ਹੈ, ਰੁੱਤ ਵਾਈਜ਼ ਸਬਜ਼ੀਆਂ ਹੁੰਦੀਆਂ ਨੇ। ਉਹੀ ਮੈंने ਦੱਸਿਆ ਵੀ ਇਹ ਧਰਤੀ 'ਤੇ ਭਾਰਤ ਇੱਕ ਸਵਰਗ ਹੈ। ਹਰ ਰੁੱਤ ਵਾਈਜ਼ ਸਾਨੂੰ ਸਬਜ਼ੀ ਮਿਲਦੀ ਹੈ, ਤਾਜ਼ੀ ਮਿਲਦੀ ਹੈ। ਭਾਰਤ ਦੇ ਵਿੱਚ ਰਹਿਣ ਵਾਲੇ ਕਿਸੇ ਵੀ ਇਨਸਾਨ ਨੂੰ ਪੈਕਿੰਗ ਵਾਲੀ ਚੀਜ਼ ਕਦੇ ਖਾਣੀ ਹੀ ਨਹੀਂ ਚਾਹੀਦੀ, ਕਿਉਂਕਿ ਜਦੋਂ ਚੀਜ਼ ਪੈਕ ਹੋ ਗਈ ਉਹਦੇ ਵਿੱਚ ਬੈਕਟੀਰੀਆ ਆਟੋਮੈਟਿਕ ਪੈਦਾ ਹੋ ਗਿਆ। ਔਰ ਜਿਹੜੇ ਕਾਰਪੋਰੇਟ ਲੋਕ ਨੇ, ਜਿਹੜੇ ਰਿਚ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਜਿਨ੍ਹਾਂ ਦੇ ਸਿਰ 'ਤੇ ਜਿਹੜੇ ਚਾਹੁੰਦੇ ਨੇ ਵੀ ਪੈਸੇ ਦੇ ਬਲ 'ਤੇ ਅਸੀਂ ਲੋਕਾਂ ਨੂੰ ਚਲਾਈਏ, ਉਹਨਾਂ ਦੀ ਥਾਟਸ ਹੈ, ਉਹਨਾਂ ਦੀ ਸੋਚ ਇਹ ਹੈ ਕਿ ਬੰਦਾ ਸਾਡੇ ਮੁਤਾਬਕ ਚੱਲੇ, ਨਾ ਕਿ ਕੁਦਰਤ ਦੇ ਮੁਤਾਬਕ ਚੱਲੇ। ਕਿਉਂਕਿ ਕੁਦਰਤ ਦੇ ਮੁਤਾਬਕ ਚੱਲੇਗਾ ਤਾਂ ਬੰਦੇ ਦੇ ਅੰਦਰ, ਬੰਦਾ ਤਾਂ ਰੱਬ ਹੈ, ਬੰਦੇ ਦੇ ਅੰਦਰ ਤਾਂ ਬੇਅੰਤ ਸ਼ਕਤੀਆਂ ਨੇ। ਉਹ ਬ੍ਰਹਮੰਡ ਦੇ ਅੰਦਰ ਅਰਬਾਂ ਖਰਬਾਂ ਸ਼ਕਤੀਆਂ ਨੇ, ਉਹੀ ਬੰਦੇ ਦੇ ਅੰਦਰ ਵਿਦਮਾਨ ਨੇ। ਕਿਉਂਕਿ ਬੰਦਾ ਸਹੀ ਫੂਡ ਲਏਗਾ, ਸਹੀ ਯੋਗ ਕਰੇਗਾ, ਸਹੀ ਕਿਰਤ ਕਰੇਗਾ ਤਾਂ ਬੰਦਾ ਤਾਂ ਰੱਬ ਹੈ, ਬੰਦੇ ਦੇ ਅੰਦਰ ਤਾਂ ਬੇਅੰਤ ਸ਼ਕਤੀ ਹੈ। ਇਹ ਕਾਰਪੋਰੇਟ ਜੋ ਸਿਸਟਮ ਹੈ ਇਹ ਚਾਹੁੰਦਾ ਹੈ ਕਿ ਬੰਦਾ ਸਾਡੇ ਮੁਤਾਬਕ ਚੱਲੇ। ਅਸੀਂ ਇਹਨੂੰ ਚਾਹੀਏ ਉੱਠਣਾ ਹੈ ਤਾਂ ਉੱਠੇ, ਅਸੀਂ ਇਹਨੂੰ ਚਾਹੀਏ ਬੈਠਣਾ ਹੈ ਤਾਂ ਬੈਠੇ, ਅਸੀਂ ਇਹਨੂੰ ਚਾਹੀਏ ਜੀਣਾ ਹੈ ਤਾਂ ਜੀਵੇ, ਅਸੀਂ ਇਹਨੂੰ ਚਾਹੀਏ ਮਰਨਾ ਹੈ ਤਾਂ ਮਰੇ। ਬਸ ਉਹ ਆਪਣੀ ਮੁੱਠੀ 'ਚ ਕਰਨਾ ਚਾਹੁੰਦਾ ਹੈ। ਔਰ ਕਾਰਪੋਰੇਟ ਦਾ ਮਤਲਬ ਹੀ ਹੈ ਵੀ ਆਪਣੀ ਮੁੱਠੀ 'ਚ ਕਰ ਲੈਣਾ, ਵੀ ਕਿਸੇ ਚੀਜ਼ ਨੂੰ ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਨਾ ਫਲਾਣੀ ਚੀਜ਼ ਓਪਰੇਟ ਕਰ ਰਹੀ ਹੈ, ਤਾਂ ਉਹ ਚਾਹੁੰਦੇ ਨੇ ਅਸੀਂ ਓਪਰੇਟ ਕਰੀਏ। ਉਹ ਰੱਬ ਨੂੰ ਨਹੀਂ ਕੁਛ ਸਮਝਦੇ, ਰੱਬ ਦੇ ਦੁਸ਼ਮਣ ਨੇ ਨਾ, ਉਹ ਰੱਬ ਦੇ ਉਲਟ ਨੇ, ਉਹ ਰੱਬ ਤੋਂ ਉਲਟ ਚੱਲਣਾ ਚਾਹੁੰਦੇ। ਔਰ ਕੁਦਰਤ ਦਾ ਕੋਈ ਮੁਕਾਬਲਾ ਕੋਈ ਚੀਜ਼ ਕਰ ਨਹੀਂ ਸਕਦੀ, ਕਿਉਂਕਿ ਬ੍ਰਹਮੰਡ ਤੋਂ ਬੇਅੰਤ ਸ਼ਕਤੀਆਂ ਦਾ ਮਾਲਕ ਹੈ। ਉਹਨੇ ਜਿਵੇਂ ਚਲਾਉਣਾ ਚੱਲਣਾ ਉਵੇਂ ਹੀ ਪੈਣਾ। ਕਾਰਪੋਰੇਟ ਦੇ ਨਾਲ ਕਿੰਨੀ ਕੁ ਦੇਰ ਕਰੇਗਾ? 4 ਦਿਨ ਟਪੂਸੀਆਂ ਮਾਰੇਗਾ, ਉਸ ਤੋਂ ਬਾਅਦ ਟਿਕ ਕੇ ਬੈਠ ਜਾਏਗਾ। ਚੱਲਣਾ ਤਾਂ ਕੁਦਰਤ ਨੇ ਦੇ ਹਿਸਾਬ ਨਾਲ ਹੀ ਬੰਦੇ ਨੂੰ ਪੈਣਾ ਹੈ, ਚਾਹੇ ਅੱਜ ਚੱਲੇ ਚਾਹੇ ਕੱਲ੍ਹ ਚੱਲੇ। ਇਹ ਪੈਕਿੰਗ ਵਾਲੀਆਂ ਚੀਜ਼ਾਂ ਸਾਰਾ ਦਿਖਾਵਾ ਨੇ, ਇਹਨਾਂ ਦੇ ਚੱਕਰਾਂ 'ਚ ਨਹੀਂ ਪੈਣਾ ਚਾਹੀਦਾ। ਪਹਿਲੇ ਬੰਦਾ ਯਾਤਰਾ 'ਤੇ ਵੀ ਜਾਂਦਾ ਸੀ ਤਾਂ ਘਰੋਂ ਘੱਟੋ ਘੱਟ ਆਪਦੇ ਸ਼ਾਮ ਨੂੰ ਛੋਲੇ ਭਿਉਂ ਕੇ ਔਰ ਉਹਨਾਂ ਨੂੰ ਥੋੜ੍ਹਾ ਗਰਮ ਕਰਕੇ ਲੈ ਜਾਂਦਾ ਸੀ, ਛੋਲੇ ਚੱਬ ਕੇ ਗੁਜ਼ਾਰਾ, ਕਿਉਂਕਿ ਛੋਲਿਆਂ ਦੇ ਅੰਦਰ ਇੰਨੀ ਤਾਕਤ ਹੈ। ਔਰ ਆਪਦੇ ਘਰੋਂ ਰੋਟੀ ਬਣਾ ਕੇ ਲੈ ਜਾਣੀ। ਰੋਟੀ ਦੇ ਇੱਕ ਟੁਕੜੇ ਨਾਲ, ਜੋ ਘਰ ਦੀ ਬਣੀ ਹੈ ਰੋਟੀ ਦੇ ਇੱਕ ਟੁਕੜੇ ਨਾਲ 15 ਦਿਨ ਬੰਦਾ ਜਿਉਂਦਾ ਰਹਿ ਸਕਦਾ। ਇੰਨੀ ਰੋਟੀ ਦੇ ਇੱਕ ਟੁਕੜੇ 'ਚ ਤਾਕਤ ਹੈ।
ਮੰਨ ਲਓ ਇੱਕ ਟੁਕੜਾ ਅਸੀਂ ਅੱਜ ਖਾ ਲਿਆ ਤਾਂ 15 ਦਿਨ ਅਸੀਂ ਮਰਦੇ ਨਹੀਂ, ਇੰਨਾ ਟੁਕੜਾ ਸਾਨੂੰ ਤਾਕਤ એનર્ਜੀ ਦਿੰਦਾ ਰਹਿੰਦਾ। ਤੋ ਪੈਕਿੰਗ ਵਾਲੀਆਂ ਚੀਜ਼ਾਂ ਸਾਰੀਆਂ ਬਿਲਕੁਲ ਜ਼ਹਿਰ ਨੇ, ਇਹਨਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ। ਅਸੀਂ ਕਿਸੇ ਪੈਕਿੰਗ ਵਾਲੀ ਚੀਜ਼ ਦੀ ਵਰਤੋਂ ਨਹੀਂ ਕਰਦੇ। ਅਸੀਂ ਪਿੱਛੇ ਚਲੋ ਪਰਮਾਤਮਾ ਨੇ ਰਹਿਮਤ ਕੀਤੀ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਜਗ੍ਹਾ ਅਸੀਂ ਬਣਾਏ, ਪਿੱਛੇ ਸਾਰੀਆਂ ਸਬਜ਼ੀਆਂ ਬੀਜੀਆਂ ਹੋਈਆਂ ਨੇ, ਤਾਜ਼ੀਆਂ ਪੱਟਣੀਆਂ, ਤਾਜ਼ੀਆਂ ਬਣਾਉਣੀਆਂ, ਤਾਜ਼ੀਆਂ ਖਾਣੀਆਂ। ਹੁਣ ਕੋਈ ਪਿੱਛੋਂ ਮਿਲਾਵਟ, ਹੁਣ ਕਣਕ ਦੇ ਵਿੱਚ, ਝੋਨੇ ਦੇ ਵਿੱਚ, ਸਾਰੀਆਂ ਚੀਜ਼ਾਂ ਦੇ ਵਿੱਚ ਇੰਨਾ ਜ਼ਹਿਰ ਮਿਲਾਇਆ ਜਾ ਰਿਹਾ, ਤਾਂ ਇਹ ਸਾਰੇ ਕਾਰਪੋਰੇਟ ਦੇ ਅਧੀਨ ਹੀ ਹੈ ਨਾ। ਸਾਰਿਆਂ ਨੂੰ ਇਹ ਲੱਗੀ ਹੋਈ ਹੈ ਬਈ ਧਨ ਇਕੱਠਾ ਹੋ ਜੇ, ਵੱਡੀਆਂ ਬਿਲਡਿੰਗਾਂ ਬਣਾ ਲਓ, ਵੱਡੀਆਂ ਗੱਡੀਆਂ ਬਣਾ ਲਓ, ਵੱਡਾ ਕੁਛ ਇਹ ਕੁਛ ਕਰ ਲਓ। ਅਤੇ ਵੱਡਾ ਕਰ ਲਓਗੇ ਫਿਰ ਕਿਉਂ ਨਾਲ ਥੋੜ੍ਹੀ ਲੈ ਕੇ ਜਾਓਗੇ। ਨਾਲ ਤਾਂ ਜੋ ਅਸੀਂ ਕਰਮ ਕਰਨੇ ਨੇ ਉਹੀ ਜਾਣੇ ਨੇ, ਔਰ ਕਰਮ ਅਸੀਂ ਕੀ ਕਰ ਰਹੇ ਹਾਂ? ਜੀਵਾਂ ਦੀ ਹੱਤਿਆ ਕਰਨਾ, ਕਿਉਂਕਿ ਸਪਰੇਅ ਪਾਉਂਦੇ ਹਾਂ ਤਾਂ ਸਪਰੇਅ ਨਾਲ ਵੀ ਜੀਵ ਮਰਦੇ ਹੀ ਨੇ। ਜੋ ਵੀ ਕਰ ਰਹੇ ਹਾਂ, ਪਹਿਲੇ ਕੁਦਰਤੀ ਖੇਤੀ ਹੁੰਦੀ ਸੀ, ਪਸ਼ੂਆਂ ਦੇ ਘਰ ਦੀ ਮਤਲਬ ਜਿਵੇਂ ਗੋਬਰ ਦੀ ਖਾਦ ਖੇਤ ਦੇ ਵਿੱਚ ਪਾਈ ਜਾਂਦੀ ਸੀ, ਉਹਦੇ ਨਾਲ ਸਾਰੀ ਖੇਤੀ ਤਿਆਰ ਹੁੰਦੀ ਸੀ, ਔਰ ਉਸ ਖੇਤੀ ਦਾ ਰਸ ਹੀ ਵੱਖਰਾ ਸੀ। ਹੁਣ ਅਸੀਂ ਇੱਥੇ ਮੂਲੀ ਬੀਜਦੇ ਹਾਂ, ਬਾਜ਼ਾਰ ਤੋਂ ਅਸੀਂ ਕਈ ਵਾਰੀ ਮੰਨ ਲਓ ਸਬਜ਼ੀ ਲੈ ਵੀ ਆਈਏ ਤਾਂ ਉਹਦਾ ਗੱਡੀ 'ਚ ਪਤਾ ਹੀ ਨਹੀਂ ਲੱਗਦਾ ਵੀ ਸਬਜ਼ੀ ਪਈ ਹੈ। ਇੱਥੋਂ ਅਸੀਂ ਮੂਲੀ ਰੱਖ ਦਈਏ ਨਾ ਇੱਕ, ਤਾਂ ਉਹ ਮੂਲੀ ਦੀ ਗੱਡੀ ਦੇ ਵਿੱਚ ਇੰਨੀ ਖੁਸ਼ਬੂ ਫੈਲ ਜਾਂਦੀ, ਪਤਾ ਨਹੀਂ ਜਿਵੇਂ ਮਤਲਬ ਪੂਰੀ ਗੱਡੀ ਖੁਸ਼ਬੂ ਨਾਲ ਭਰ ਜਾਂਦੀ, ਇੰਨੀ ਉਹਦੇ ਅੰਦਰ ਸੁਗੰਧ ਆਉਂਦੀ, ਇੰਨੀ ਤਾਜ਼ਗੀ ਉਹਦੇ ਅੰਦਰ। ਤੋ ਮੇਨ ਹੈ ਕਿ ਸਾਨੂੰ ਪੈਕਿੰਗ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ, ਦੂਰ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਵਰਤੋਂ ਹੀ ਨਹੀਂ ਕਰਾਂਗੇ ਤਾਂ ਕਾਰਪੋਰੇਟ ਆਪਣੇ ਆਪ ਹੀ ਖਤਮ ਹੋ ਜਾਏਗਾ। ਜਦੋਂ ਸਾਰੀਆਂ ਚੀਜ਼ਾਂ ਘਰੇਲੂ ਵਰਤਾਂਗੇ, ਘਰ ਦੀਆਂ ਵਰਤਾਂਗੇ, ਤਾਂ ਸਾਰਾ ਸਿਸਟਮ ਪਹਿਲਾਂ ਦੀ ਤਰ੍ਹਾਂ ਵਧੀਆ ਹੋ ਜਾਏਗਾ, ਤੰਦਰੁਸਤ ਹੋ ਜਾਏਗਾ। ਔਰ ਜਿੰਨੀ ਅਸੀਂ ਜ਼ਿਆਦਾ ਇਹ ਪੈਕਿੰਗ ਵਾਲੀ ਚੀਜ਼ਾਂ ਵਰਤਾਂਗੇ, ਉਨੇ ਜ਼ਿਆਦਾ ਬਿਮਾਰ ਹੋਵਾਂਗੇ, ਉਨੇ ਜ਼ਿਆਦਾ ਦਵਾਈਆਂ 'ਤੇ ਪੈਸੇ ਲੱਗਣਗੇ। ਇੱਧਰੋਂ ਕਮਾਈ ਆਈ ਜਾਊਗੀ, ਉੱਧਰੋਂ ਲੱਗੀ ਜਾਊਗੀ, ਅਸੀਂ ਖਾਲੀ ਦੇ ਖਾਲੀ ਰਹਿਣਾ। ਉਹਦਾ ਕੀ ਫਾਇਦਾ? ਖਾਲੀ ਰਹੋ ਲੇਕਿਨ ਤੰਦਰੁਸਤ ਹੋ ਕੇ ਰਹੋ। ਮੁਨੀ ਜੀ, ਇੱਕ ਨਵੀਂ ਸਟੱਡੀ ਇੱਕ ਇਹ ਵੀ ਆਈ ਹੈਗੀ ਆ ਕਿ ਬੱਚਿਆਂ ਦੀ ਜੋ ਡਾਈਟ ਆ ਉਹਦੇ ਵਿੱਚੋਂ ਫੈਟ ਬੇਸਡ ਜੋ ਚੀਜ਼ਾਂ ਹੈਗੀਆਂ ਉਹ ਘਟ ਗਈਆਂ, ਇਸ ਕਰਕੇ ਇਹ ਸਮੱਸਿਆਵਾਂ ਆ ਰਹੀਆਂ ਹੈਗੀਆਂ। ਕਹਿੰਦੇ ਬੱਚਿਆਂ ਨੂੰ ਵੱਧ ਤੋਂ ਵੱਧ ਨੌਨ ਵੈਜ ਦੇ ਵੱਲ ਆ ਜਿਹੜਾ ਉਹ ਲੈ ਕੇ ਆਉਣਾ ਚਾਹੀਦਾ। ਉਹਨਾਂ ਦੇ ਇੱਕ ਆਪ ਦੇ ਤਰਕ ਆ ਅਤੇ ਆਪ ਦੀਆਂ ਕੁਛ ਕੁ ਵਿਗਿਆਨਕ ਆਧਾਰ ਦੇ ਉੱਤੇ ਉਹਨਾਂ ਨੇ ਗੱਲਾਂ ਕੀਤੀਆਂ ਹੈਗੀਆਂ। ਤੁਸੀਂ ਕੀ ਰეკਮੈਂਡ ਕਰਦੇ ਹੋ, ਵੈਜ ਜਾਂ ਨੌਨ ਵੈਜ? ਦੇਖੋ, ਸਾਡਾ ਜਿਹੜਾ ਦੇਸ਼ ਹੈ ਉਹ ਇੱਕ ਸ਼ਾਕਾਹਾਰੀ ਦੇਸ਼ ਹੈ ਸਹੀ ਮਾਇਨੇ ਦੇ ਵਿੱਚ। ਜਿਸ ਦੇਸ਼ ਦੇ, ਕਿਉਂਕਿ ਜਿਸ ਦੇਸ਼ ਦੇ ਵਿੱਚ ਅਸੀਂ ਰਹਿੰਦੇ ਹਾਂ, ਔਰ ਇਹ ਸਾਰਾ ਡਿਪੈਂਡ ਕਰਦਾ ਹੈ ਉਸ ਦੇਸ਼ ਦੇ ਵਾਤਾਵਰਣ ਦੇ ਉੱਤੇ। ਸਾਡੇ ਦੇਸ਼ ਦੇ ਵਿੱਚ ਪੂਰੀ ਗਰਮੀ ਹੁੰਦੀ ਹੈ ਔਰ ਪੂਰੀ ਸਰਦੀ ਹੁੰਦੀ ਹੈ, ਔਰ ਉਹਦਾ ਇੱਕ ਪੀਰੀਅਡ ਹੈ। ਮਤਲਬ ਨਾ ਤਾਂ ਇੱਥੇ ਲੰਬਾ ਟਾਈਮ ਗਰਮੀ ਪੈਂਦੀ ਹੈ, ਨਾ ਲੰਬਾ ਟਾਈਮ ਸਰਦੀ ਪੈਂਦੀ। ਹਰ 2 ਮਹੀਨੇ ਬਾਅਦ ਸਾਡੇ ਇੱਥੇ ਮੌਸਮ ਜਿਹੜਾ ਹੈ ਉਹ ਚੇਂਜ ਹੋ ਜਾਂਦਾ ਹੈ। ਤੋ ਸਾਨੂੰ ਮਾਸਾਹਾਰੀ ਖਾਣ ਦੀ ਕੋਈ ਜ਼ਰੂਰਤ ਹੀ ਨਹੀਂ ਹੈ, ਸਾਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਇਹ ਮਾਸਾਹਾਰੀ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਅਮਰੀਕਾ ਹੈ, ਕੈਨੇਡਾ ਹੈ, ਆਸਟ੍ਰੇਲੀਆ ਹੈ, ਜਿੱਥੇ ਜ਼ਿਆਦਾ ਠੰਡ ਪੈਂਦੀ ਹੈ ਔਰ ਰੈਗੂਲਰ ਪੈਂਦੀ ਹੈ, ਉੱਥੇ ਜ਼ਰੂਰਤ ਪੈਂਦੀ ਹੈ। ਔਰ ਸਾਡਾ ਦੇਸ਼ ਸ਼ਾਕਾਹਾਰੀ ਦੇਸ਼ ਹੈ। ਜਿਵੇਂ 2 ਚੀਜ਼ਾਂ ਨੇ, ਸ਼ਾਕਾਹਾਰੀ, ਮਾਸਾਹਾਰੀ। ਜੋ ਪੂਰਬ ਦੇ ਵਿੱਚ ਪੈਦਾ ਹੋਇਆ ਹੈ ਉਹਨੂੰ ਸ਼ਾਕਾਹਾਰੀ ਰਹਿਣਾ ਚਾਹੀਦਾ ਹੈ, ਉਹ ਸ਼ਾਕਾਹਾਰੀ ਖਾਣ ਦੇ ਨਾਲ ਹੀ ਤੰਦਰੁਸਤ ਰਹੇਗਾ। ਔਰ ਜਿਹੜਾ ਪੱਛਮ ਦੇ ਵਿੱਚ ਰਹਿੰਦਾ ਹੈ, ਪੱਛਮ, ਪੂਰਬ ਔਰ ਪੱਛਮ 2 ਦਿਸ਼ਾਵਾਂ ਹੋ ਗਈਆਂ, ਉਹਨਾਂ ਨੂੰ ਮਾਸਾਹਾਰੀ ਦੀ ਵਰਤੋਂ ਕਰਨੀ ਹੀ ਪਏਗੀ, ਕਿਉਂਕਿ ਉੱਥੋਂ ਦਾ ਜਿਹੜਾ ਵਾਤਾਵਰਣ ਹੈ, ਐਟਮੋਸਫੀਅਰ ਹੈ, ਔਰ ਉੱਥੇ ਜਿਹੜਾ ਕੰਮ ਕਰਨ ਦਾ ਸਿਸਟਮ ਹੈ, ਉਹਦੇ ਮੁਤਾਬਕ ਉਹਨਾਂ ਨੂੰ ਮਾਸਾਹਾਰੀ ਲੈਣਾ ਕੰਪਲਸਰੀ ਹੈ। ਔਰ ਸਾਡੇ ਦੇਸ਼ ਦੇ ਵਿੱਚ ਜਿਹੜਾ ਹੈ, ਅਸੀਂ ਪੂਰਬ ਦੇ ਵਿੱਚ ਹੈਗੇ ਹਾਂ, ਸਾਡੇ ਦੇਸ਼ ਦੇ ਮੁਤਾਬਕ ਸਾਨੂੰ ਸ਼ਾਕਾਹਾਰੀ ਲੈਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਇੱਥੇ ਮਾਸਾਹਾਰੀ ਲਵਾਂਗੇ ਤਾਂ ਕਦੇ ਅਸੀਂ ਤੰਦਰੁਸਤ ਨਹੀਂ ਰਹਿ ਸਕਦੇ, ਨਾ ਸਾਡੇ ਬੱਚੇ ਤੰਦਰੁਸਤ ਰਹਿ ਸਕਦੇ, ਨਾ ਉਹ ਫਿੱਟ ਰਹਿ ਸਕਦੇ, ਨਾ ਉਹਨਾਂ ਦੇ ਅੰਦਰ ਪੂਰੀ એનર્ਜੀ ਡਿਵੈਲਪ ਹੋ ਸਕਦੀ ਹੈ। ਉਹ ਇੱਕ ਦੇਖਾ ਦਿਖਾਈ ਹੈ। ਦੇਖਾ ਦਿਖਾਈ ਅਸੀਂ ਹੁਣ ਮੰਨ ਲਓ ਜਿਵੇਂ ਪੱਛਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਅਸੀਂ ਇੱਥੇ ਕਰ ਰਹੇ ਹਾਂ ਤਾਂ ਉਹਦਾ ਨੁਕਸਾਨ ਹੀ ਹੋ ਰਿਹਾ। ਮੰਨ ਲਓ ਪਹਿਰਾਵਾ ਪੱਛਮ ਦਾ ਹੈ ਜਿਹੜਾ ਇੱਥੇ ਯੂਜ਼ ਕਰ ਰਹੇ ਹਾਂ ਤਾਂ ਉਹਦਾ ਦਿਨੋਂ ਦਿਨ ਨੁਕਸਾਨ ਹੀ ਹੋ ਰਿਹਾ। ਅਸ਼ਲੀਲਤਾ ਪੈਦਾ ਹੋ ਰਹੀ ਹੈ, ਉਹਦਾ ਕੋਈ ਫਾਇਦਾ ਥੋੜ੍ਹੀ, ਨੁਕਸਾਨ ਹੋ ਰਿਹਾ। ਤੋ ਉਹਨਾਂ ਦੇ ਮਤਲਬ ਪੱਛਮ ਦੇਸ਼ ਮੁਲਕ ਦੀਆਂ ਆਪਣਾ ਉਹਨਾਂ ਦੇ ਪਹਿਰਾਵਾ ਵੀ, ਉਹਨਾਂ ਦਾ ਰਹਿਣ ਸਹਿਣ ਵੀ, ਕਿ ਉਹ ਕਹਿੰਦੇ ਜੈਸਾ ਦੇਸ਼ ਵੈਸਾ ਭੇਸ਼ ਹੋਣਾ ਜ਼ਰੂਰੀ ਹੈ। ਤੋ ਪੱਛਮ ਦੇ ਵਿੱਚ ਜਿਹੜੇ ਦੇਸ਼ ਆਉਂਦੇ ਨੇ, ਸਾਨੂੰ ਉੱਥੇ ਜਾ ਕੇ, ਚਾਹੇ ਅਸੀਂ ਉੱਥੇ ਜਾ ਕੇ ਉਹ ਭੇਸ਼ ਭੂਸ਼ਾ ਪਹਿਨੀਏ, ਪਾਈਏ, ਕੋਈ ਹਰਜਾ ਨਹੀਂ ਹੈ। ਕਈ ਵਾਰੀ ਮੰਨ ਲਓ ਆਪਣਾ ਇੱਥੇ ਇੰਡੀਅਨ ਬੰਦਾ ਉੱਥੇ ਜਾ ਕੇ
ਜਾਂ ਇੰਡੀਅਨ ਔਰਤਾਂ ਉੱਥੇ ਜਾ ਕੇ ਉਸ ਤਰ੍ਹਾਂ ਦੇ ਵਸਤਰ ਪਾ ਲੈਂਦੀਆਂ ਨੇ ਤਾਂ ਆਪਣੇ ਲੋਕ ਉਹਨੂੰ ਗਲਤ ਸਮਝਦੇ ਨੇ, ਮਜ਼ਾਕ ਸਮਝਦੇ ਨੇ। ਉਹ ਪੱਛਮ ਦੇ ਵਿੱਚ ਜਾ ਕੇ ਉੱਥੋਂ ਦਾ ਵਾਤਾਵਰਣ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਉਸ ਵਾਤਾਵਰਣ ਨੂੰ ਨਹੀਂ ਅਡਾਪਟ ਕਰਦੇ ਤਾਂ ਅਸੀਂ ਬਿਮਾਰ ਹੋਵਾਂਗੇ। ਔਰ ਇੱਥੇ ਆ ਕੇ ਤੁਸੀਂ ਦੇਖਿਆ ਹੋਣਾ, ਗੋਰੇ ਆਉਂਦੇ ਨੇ ਜਾਂ ਉਹਨਾਂ ਦੇ ਲੇਡੀਜ਼ ਆਉਂਦੇ ਨੇ ਤਾਂ ਉਹ ਉਸ ਤਰ੍ਹਾਂ ਦੇ ਵਸਤਰ ਪਾਉਂਦੇ ਨੇ ਵੀ ਅਸੀਂ ਸੂਟ ਪਾਈਏ, ਅਸੀਂ ਇਸ ਤਰ੍ਹਾਂ ਦਾ ਜਿਹੜਾ ਪਹਿਰਾਵਾ ਨੂੰ ਉਹ ਪਾ ਕੇ ਬੜੇ ਖੁਸ਼ ਹੁੰਦੇ ਨੇ। ਕਿਉਂ ਖੁਸ਼ ਹੁੰਦੇ ਨੇ? ਕਿਉਂਕਿ ਪੂਰਬ ਦਾ ਜਿਹੜਾ ਪਹਿਰਾਵਾ ਹੈ ਉਹ ਪੂਰਬ ਦੇ ਵਿੱਚ ਹੀ ਸਾਨੂੰ ਤੰਦਰੁਸਤੀ ਦੇਗਾ। ਪੂਰਬ ਦੇ ਵਿੱਚ ਜੋ ਖਾਣਾ ਹੈ ਸ਼ਾਕਾਹਾਰੀ, ਉਹੀ ਸਾਨੂੰ ਸਹੀ એનર્ਜੀ ਦੇਗਾ। ਬਸ ਸਿੱਧਾ ਜਿਹਾ ਇਹੀ ਹਿਸਾਬ ਹੈ। ਇਹਨੂੰ ਸਮਝਣਾ ਜ਼ਰੂਰੀ ਹੈ ਕਿ ਸਾਡਾ ਦੇਸ਼ ਇੱਕ ਸ਼ਾਕਾਹਾਰੀ ਦੇਸ਼ ਹੈ। ਇੱਥੇ ਕਿਸੇ ਨੂੰ ਵੀ ਸਿਰਫ ਸਵਾਦ ਪਿੱਛੇ ਹੀ ਨਹੀਂ ਖਾਣਾ ਚਾਹੀਦਾ, ਕਿਉਂਕਿ ਬੰਦੇ ਦੇ ਅੰਦਰ ਇੱਕ ਆਤਮਾ ਵੀ ਹੈ ਔਰ ਪਰਮਾਤਮਾ ਵੀ ਹੈ। ਔਰ ਬੰਦੇ ਦੇ ਅੰਦਰ ਘੱਟੋ ਘੱਟ 7 ਕਰੋੜ ਜਿਹੜੇ ਜੀਵ ਨੇ, ਜੀਵਨ ਕੰਮ ਕਰ ਰਹੇ ਨੇ, ਉਹ ਵੀ ਸਾਨੂੰ ਚਲਾ ਰਹੇ ਨੇ। ਤਾਂ ਉਹਨਾਂ ਦੀ ਜਿਹੜੀ ਜ਼ਰੂਰਤ ਹੈ ਉਹ ਸਮਝਣੀ ਜ਼ਰੂਰੀ ਹੈ। ਜੇ ਮੰਨ ਲਓ ਇੱਕ ਇੰਡੀਆ ਹੈ, ਇੰਡੀਆ ਦੇਸ਼ ਦੇ ਵਿੱਚ ਜਿਹੜੇ ਲੋਕ ਰਹਿ ਰਹੇ ਨੇ, ਤਾਂ ਦੇਸ਼ ਦੇ ਰਾਜੇ ਨੂੰ ਜਾਂ ਦੇਸ਼ ਦੀ ਸਰਕਾਰ ਨੂੰ ਉਹਨਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹ ਵੀ ਪੂਰੀਆਂ ਕਰਨੀਆਂ ਜ਼ਰੂਰੀ ਹੈ, ਨਹੀਂ ਤਾਂ ਫਿਰ ਉਹ ਬਾਗੀ ਹੋ ਜਾਣਗੇ। ਇਸੇ ਤਰ੍ਹਾਂ ਸਾਡਾ ਸਰੀਰ ਹੈ। ਸਾਡੇ ਸਰੀਰ ਨੂੰ, ਕਿਉਂਕਿ ਅਸੀਂ ਪੂਰਬ ਦੇ ਵਿੱਚ ਪੈਦਾ ਹੋਏ ਹਾਂ, ਇਸ ਕਰਕੇ ਸਾਨੂੰ ਵੱਧ ਤੋਂ ਵੱਧ ਸ਼ਾਕਾਹਾਰੀ ਜਿਹੜਾ ਆਹਾਰ ਲੈਣਾ ਬਹੁਤ ਜ਼ਰੂਰੀ ਹੈ। ਤਾਂ ਹੀ ਅਸੀਂ ਫਿੱਟ ਔਰ ਤੰਦਰੁਸਤ ਰਹਿ ਸਕਦੇ ਹਾਂ, ਨਹੀਂ ਤਾਂ ਅਸੀਂ ਜਿਹੜਾ ਬਿਮਾਰ ਹੋਵਾਂਗੇ। ਤਜਰਬਾ ਕਰਕੇ ਦੇਖ ਲਓ, ਜਿੰਨੇ ਵੀ ਇੱਥੇ ਮਾंस ਖਾਣ ਵਾਲੇ ਨੇ ਉਹਨਾਂ ਨੂੰ ਕੋਈ ਨਾ ਕੋਈ ਰੋਗ, ਕੋਈ ਨਾ ਕੋਈ ਬਿਮਾਰੀ ਲੱਗੀ ਹੋਏਗੀ। ਤੁਸੀਂ ਨੋਟ ਕਰ ਲੈਣਾ। ਜੇ ਮੰਨ ਲਓ ਉਹਨਾਂ ਨੂੰ ਲੱਗਦਾ ਹੈ ਕਿ ਜਵਾਨੀ 'ਚ ਨਹੀਂ ਲੱਗੀ ਤਾਂ ਬੁਢਾਪੇ 'ਚ ਜਾ ਕੇ ਬਹੁਤ ਵੱਡੀਆਂ ਬਿਮਾਰੀਆਂ ਲੱਗ ਜਾਣੀਆਂ, ਕਿਉਂਕਿ ਜੋ ਮਾंस ਉਹਨਾਂ ਨੇ ਖਾਧਾ ਹੈ। ਕਿਉਂਕਿ ਮਾंस ਕੀ ਕਰਦਾ ਹੈ? ਡਾਇਰੈਕਟ એનર્ਜੀ ਪੈਦਾ ਕਰਦਾ ਹੈ। ਔਰ ਡਾਇਰੈਕਟ એનર્ਜੀ ਪੈਦਾ ਕਰਨ ਦੇ ਨਾਲ ਸਾਡੇ ਸਰੀਰ ਦੇ ਸਿਸਟਮ ਜਿਹੜੇ ਨੇ ਸਾਰੇ ਦੇ ਸਾਰੇ ਅਪਸੈਟ ਹੋ ਜਾਂਦੇ ਨੇ। ਕਿਉਂਕਿ ਮੰਨ ਲਓ ਆਪਾਂ ਅਚਾਨਕ ਕਿਸੇ ਚੀਜ਼ ਨੂੰ ਛੱਡ ਦਈਏ, ਕਿਸੇ ਮੰਨ ਲਓ ਕੋਈ ਪਸ਼ੂ ਮਾਰਨ ਵਾਲੇ ਨੂੰ ਅਚਾਨਕ ਛੱਡ ਦਈਏ ਤਾਂ ਕੋਈ ਨਾ ਕੋਈ ਨੁਕਸਾਨ ਕਰੇਗਾ। ਉਹਨੂੰ ਹੌਲੀ ਹੌਲੀ ਛੱਡੀਏ ਤਾਂ ਉਹ ਸਹੀ ਕੰਮ ਕਰੇਗਾ। ਇਸ ਤਰ੍ਹਾਂ